तेल एक वड्डी चीज़ सी जिथे स्टेटां भी अपना पैसा खिच्ची जांदियां ते सेंटर ने तो शर्म ही लाती आ कि जानी 10 रुपये ते 13 रुपये पेट्रोल ते डीजल का बहुत ज़्यादा ਤੁਸੀਂ ਕਿਸੇ ਦੀ ਸੁਣ ਲਈ ਤੇ ਆ ਨਹੀਂ ਤੁਹਾਡੇ ਕੋਲ ਇੱਕੋ ਇੱਕ ਮੋਦੀ ਸਾਹਿਬ ਜਿਹੜੇ ਆ ਵੱਡੇ ਇਕਨੋਮਿਸਟ ਰਹਿ ਗਏ ਵੱਡੇ ਪੋਲੀਟੀਸ਼ੀਅਨ ਰਹਿ ਗਏ ਤੇ ਉਹ ਆ ਕੇ ਟੀਵੀ ਦੇ ਬਿਆਨ ਦੇਈ ਜਾਂਦੇ ਉਹਨਾਂ ਦਾ ਕੀ ਕਹਿਣਾ ਨਾ ਆਪਣੇ ਜਿਹੜੇ ਮਾਲਕ ਸੀ ਜਿੱਥੇ ਉਹ ਕੰਮ ਮਿਲਦਾ ਸੀ ਉਹਨਾਂ ਦੇ ਭਰੋਸਾ ਰਿਹਾ ਉਹਨਾਂ ਨੇ ਮੇਰੀ ਬਾਤ ਪੁੱਛੀ ਜਦੋਂ ਤੇ ਕੰਮ ਸੀ ਉਦੋਂ ਤੇ ਗਾਲੇ ਲਾਉਂਦੇ ਸੀਗੇ ਹੁਣ ਜਦੋਂ ਸਰਕਾਰ ਨੇ ਕਿਹਾ ਕਿ ਇਹਨਾਂ ਦਾ ਧਿਆਨ ਰੱਖੋ ਹੱਥ ਖੜੇ ਕਰਤੇ ਮਾਲਕਾਂ ਨੇ ਆ ਹੁਣ 40 ਦਿਨ ਬੰਦ ਰਿਹਾ ਸ਼ਰਾਬ ਧੜਾਧੜ ਪਿੰਡਾਂ 'ਚ ਮਿਲਦੀ ਸੀਗੀ ਸ਼ਰਾਬ ਪੀਣਾ ਨਸ਼ਾ ਹੈਗਾ ਉਹਦੇ ਇਹਨੂੰ ਮੰਨਦੇ ਹੀ ਨਹੀਂ ਨਸ਼ਾ ਇਹਨੂੰ ਕਹਿੰਦੇ ਐਂਟਰਟੇਨਮੈਂਟ ਤੇ ਖੁਸ਼ੀ ਦੀ ਆ ਮਜ਼ੇ ਦੀ ਗੱਲ ਆ ਉਹ ਜਿਹਦੇ 'ਚ ਸ਼ਰਾਬ ਨਹੀਂ ਵੰਡੀ ਜਾਂਦੀ ਉਹਨੂੰ ਕਹਿੰਦੇ ਵਿਆਹ ਹੀ ਨਹੀਂ ਹੈਗਾ ਅੱਜ ਹਰਪ੍ਰੀਤ ਸਿੰਘ ਜੀ ਕਹਿ ਰਹੇ ਆ ਕਿ ਨਹੀਂ ਸ਼ਰਾਬ ਹੋਣੀ ਚਾਹੀਦੀ ਉਹਨਾਂ ਨੇ ਜਾਂ SGPC ਨੇ ਸਿੱਖ ਮੱਤ ਨੇ ਇੱਥੇ ਪੰਜਾਬ ਦੇ ਵਿੱਚ ਐਜ਼ ਸਿੱਖ ਸ਼ਰਾਬ ਨੂੰ ਰੋਕਣ ਲਈ ਕਿਹੜੀ ਕੰਪੇਨ ਕੀਤੀ ਆ ਵੀ ਅੱਜ ਤੱਕ ਪਰ ਜੋ ਯੂਥ ਦੀ ਤਬਾਹੀ ਇੱਥੇ ਪੰਜਾਬ ਦੇ ਵਿੱਚ ਕੀਤੀ ਆ ਉਹਦਾ ਪੈਸਾ ਕਿੱਥੇ ਜਾਂਦਾ ਇਹਨਾਂ ਪੋਲੀਟੀਸ਼ੀਅਨਾਂ ਕੋਲ ਜਾਂਦਾ ਤੇ ਪੁਲਿਸ ਕੋਲ ਜਾਂਦਾ ਥੋੜਾ ਬਹੁਤ ਬਿਊਰੋਕ੍ਰੇਸੀ ਕੋਲ ਜਾਂਦਾ ਸਰਕਾਰ ਨੂੰ ਰੈਵਨਿਊ ਬੰਦ ਹੋ ਜੇ ਤਾਂ ਕਿ ਜਿਹੜੇ ਬਾਕੀ ਦੇ ਥੱਲੇ ਆਪਣੇ ਠੱਗ ਟੋਲਾ ਆ ਉਹ ਬਚਾ ਕੇ ਉਹਨਾਂ ਦੇ ਹੋਰ ਚਿੱਟੇ ਦੇ ਨਾਲ ਇਹ ਨਵਾਂ ਕੰਮ ਸ਼ੁਰੂ ਹੋ ਜੇ ਨਵੇਂ ਪੈਸੇ ਇਹਨਾਂ ਨੂੰ ਜੇਬਾਂ 'ਚ ਸਿੱਧੇ ਇਹਨਾਂ ਦੀਆਂ ਜੇਬਾਂ 'ਚ ਆਉਣੇ ਸ਼ੁਰੂ ਕਰ ਦੇਣ ਠੇਕੇਦਾਰ ਗਾਂ ਸਬਲੇਟਿੰਗ ਕਰ ਦਿੰਦਾ ਛੋਟੀਆਂ ਦੁਕਾਨਾਂ ਖੋਲ੍ਹ ਦਿੰਦਾ ਆਪਣੇ ਤੌਰ 'ਤੇ ਇਹਨਾਂ ਦੀਆਂ ਅੱਖਾਂ ਸਾਹਮਣੇ ਹੁੰਦਾ ਪੈਸੇ ਦੇ ਕੇ ਹੁੰਦਾ ਪਰ ਸਾਡਾ ਇੱਕ ਦੇਸ਼ ਜਿੱਦਣ ਹੀ ਇਹ ਕਰੋਨਾ ਵਾਇਰਸ ਦਾ ਹੋਇਆ ਉਦੋਂ ਤੋਂ ਪੈਸੇ ਮੰਗਣੇ ਸ਼ੁਰੂ ਕਰਤੇ ਚੀਫ ਮਿਨਿਸਟਰ ਨੇ ਵੀ ਮੰਗਣੇ ਸ਼ੁਰੂ ਕਰਤੇ ਪ੍ਰਧਾਨ ਮੰਤਰੀ ਨੇ ਵੀ ਮੰਗਣੇ ਸ਼ੁਰੂ ਕਰਤੇ 550 ਦੇ ਕਰੀਬ ਸਾਡੇ ਦੇਸ਼ ਦੇ ਵਿੱਚ ਡਾਕਟਰ ਨਰਸਾਂ ਤੇ ਪੈਰਾਮੈਡੀਕਲ ਸਟਾਫ ਬਾਕੀ ਨੂੰ ਛੱਡ ਦਿਓ ਜਿਹੜੇ ਹੋਰ ਕਰਮੀ ਉਹਨਾਂ ਨੂੰ ਛੱਡ ਦਿਓ ਇਹ 3 ਕੈਟੇਗਰੀ ਦੇ 550 ਹੁਣ ਤੱਕ ਕਰੋਨਾ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ ਆ ਇਹਦਾ ਮਤਲਬ ਕੋਈ ਅਸੀਂ ਨਹੀਂ ਧਿਆਨ ਦੇ ਪਾ ਰਹੇ ਇੰਡਸਟਰੀ ਦਾ ਵੀ ਅੱਜ ਦੀ ਰੇਟ ਦੇ ਵਿੱਚ ਇਹ ਹਾਲ ਹੋ ਜਾਊਗਾ ਕਿ ਇਹ ਤੇ ਮਿੰਨਤਾਂ ਕਰਕੇ ਜਾ ਕੇ ਉਹਨਾਂ ਨੂੰ ਪਿੰਡੋ ਪਿੰਡੀ ਇਕੱਠੇ ਕਰਕੇ ਲੈ ਕੇ ਆਉਣਗੇ ਇਹ ਗੱਲਾਂ ਕਰਦੇ ਆ ਕਿ ਸਾਡੇ ਕੋਲ ਦੇਣ ਲਈ ਕੁਝ ਨਹੀਂ ਇਹ ਕਹਿਣਗੇ ਕਿ ਅਸੀਂ ਤੁਹਾਡਾ ਪਰਿਵਾਰ ਨੂੰ ਵੀ ਕੁਝ ਨਾ ਕੁਝ ਬਰਥਡੇ ਗਿਫਟ ਦਿਆ ਕਰਾਂਗੇ ਤੁਸੀਂ ਪਲੀਜ਼ ਆ ਜਾਓ ਇਹ ਕਰੋਨਾ ਦਾ ਹੀ ਸਾਰਾ ਰੌਲਾ ਹੈ ਨਾ ਲੈ ਕੇ ਤੇ ਜਹਾਜ਼ਾਂ ਵਾਲੇ ਹੀ ਆਏ ਆ ਸਾਰੇ ਬਾਹਰੋਂ ਜਿਹੜੇ ਜਹਾਜ਼ਾਂ 'ਤੇ ਚੜ੍ਹਦੇ ਸੀ ਮਰ ਕੌਣ ਰਿਹਾ ਜਨ ਸਧਾਰਨ ਆਮ ਐਮਪਲਾਈ ਮਰ ਰਹੇ ਆ ਹਿੰਦੁਸਤਾਨ ਦੇ ਜਿਸ ਤਰੀਕੇ ਨਾਲ ਕਰੋਨਾ ਨੇ ਅਟੈਕ ਕੀਤਾ ਹੋਇਆ ਸੀ ਉਸ ਤੋਂ ਬਾਅਦ ਸਰਕਾਰ ਨੇ ਕਈ ਜਗ੍ਹਾ ਦੇ ਉੱਤੇ ਢਿੱਲ ਦੇ ਦਿੱਤੀ ਹੈ ਕਰਫਿਊ ਦੇ ਵਿੱਚ ਢਿੱਲ ਦੇ ਦਿੱਤੀ ਹੈ ਕਾਰਨ ਇਹ ਹੈ ਕਿ ਲੋਕ ਹੁਣ ਆਪਣੀਆਂ ਜਾ ਕੇ ਦੁਕਾਨਾਂ ਖੋਲ੍ਹਣ ਅਰਥ ਵਿਵਸਥਾ ਜਿਹੜੀ ਹੈ ਦੁਬਾਰਾ ਪਟੜੀ 'ਤੇ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਆਪਾਂ ਜੇ ਹੁਣ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ ਵਿੱਚ ਵੀ ਜਿਹੜੀ ਅਰਥ ਵਿਵਸਥਾ ਹੈ ਉਹ ਡਗਮਗਾਈ ਹੋਈ ਹੈ ਕਾਰਨ ਇਹ ਹੈ ਕਿ ਆਪਾਂ ਸਭ ਨੂੰ ਪਤਾ ਹੈ ਕਿ ਲੋਕਡਾਊਨ ਰਿਹਾ ਕਾਫੀ ਦਿਨ ਸਮਾਂ ਇੱਥੇ ਕੋਈ ਵੀ ਫੈਕਟਰੀਆਂ ਦੁਕਾਨਾਂ ਚੱਲ ਨਹੀਂ ਰਹੀਆਂ ਸਨ ਹੁਣ ਕੈਪਟਨ ਸਰਕਾਰ ਨੇ ਯਾਨੀ ਕਿ ਪੰਜਾਬ ਸਰਕਾਰ ਨੇ ਫੈਸਲਾ ਲਿਆ ਸ਼ਰਾਬ ਨੂੰ ਲੈ ਕੇ ਕਿ ਜਿਹੜੀ ਸ਼ਰਾਬ ਹੈ ਉਹ ਘਰ ਘਰ ਤੁਹਾਨੂੰ ਪਹੁੰਚਾਈ ਜਾਏਗੀ ਡਿਲੀਵਰੀ ਜਿਹੜੀ ਹੈਗੀ ਉਹ ਠੇਕੇਦਾਰ ਸ਼ਰਾਬ ਵਾਲੇ ਤੁਹਾਡੇ ਘਰ ਘਰ ਦੇਣਗੇ ਹੁਣ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਕਈ ਇੱਥੇ ਸਵਾਲ ਅਕਾਲੀ ਦਲ ਵੀ ਉਠਾ ਰਹੇ ਸੀ ਕਿ ਇਹ ਨਹੀਂ ਕਰਨਾ ਚਾਹੀਦਾ ਪਹਿਲਾਂ ਤੁਹਾਨੂੰ ਅਸੀਂ ਇੱਕ ਬਿਆਨ ਸੁਣਾ ਦਿੰਦੇ ਹਾਂ ਵਿਕਰਮ ਸਿੰਘ ਮਜੀਠੀਆ ਦਾ ਜਿਨ੍ਹਾਂ ਨੇ ਸ਼ਰਾਬ ਬਾਰੇ ਕੀ ਗੱਲਬਾਤ ਕਹੀ ਹੈ ਤੁਸੀਂ ਇਹ ਬਿਆਨ ਸੁਣੋ ਉਸ ਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਇਹ ਗੱਲ ਕਹੀ ਹੈ ਕਿ ਸਿਹਤ ਮੰਤਰੀ ਜਿਹੜੇ ਨੇ ਹੁਣ ਸਿਹਤ ਮੰਤਰੀ ਨਹੀਂ ਰਹੇ ਉਹ ਸ਼ਰਾਬ ਮੰਤਰੀ ਬਣ ਗਏ ਨੇ ਤੁਸੀਂ ਚੰਦੂਮਾਜਰਾ ਤੇ ਉਹਨਾਂ ਦਾ ਬਿਆਨ ਸੁਣੋ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਅਰਥ ਵਿਵਸਥਾ ਨੂੰ ਪਟੜੀ ਤੇ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਹੋਮ ਡਿਲੀਵਰੀ ਸ਼ਰਾਬ ਦੀ ਪਿਛਲੇ 40 ਦਿਨਾਂ ਤੋਂ ਕਰ ਰਹੀ ਸੀ ਮਗਰ ਹੁਣ ਇਹਨਾਂ ਨੂੰ ਕਿਹੜੀ ਗੱਲ ਦਾ ਇਹ ਕੀ ਕਾਰਨ ਹੈ ਕਿਉਂ ਕਰ ਰਿਹਾ ਮੈਂ ਸਮਝਦਾ ਕਿ ਇਹ ਮੌਜੂਦਾ ਹੈਲਥ ਮਿਨਿਸਟਰ ਸਾਹਿਬ ਜੇ ਕਿੱਥੇ ਲੋਕਾਂ ਦੇ ਹੈਲਥ ਵੱਲ ਵੱਧ ਧਿਆਨ ਦੇ ਦੇਣ ਆਪਣੇ ਠੇਕਿਆਂ ਵੱਲ ਘੱਟ ਧਿਆਨ ਦੇਣ ਤੇ ਬਿਹਤਰ ਹੁੰਦਾ ਚੰਗਾ ਹੁੰਦਾ ਮਗਰ ਇਹ ਜਦੋਂ ਸਰਕਾਰ ਦੀ ਪ੍ਰਾਇੋਰਟੀਜ਼ ਗਲਤ ਹੋ ਜਾਣ ਇਹ ਉਹਦੇ ਨਤੀਜੇ ਸਾਹਮਣੇ ਵੇਖਣ ਹੈਰਾਨੀ ਦੀ ਗੱਲ ਆ ਵੀ ਸਿਹਤ ਸੇਵਾਵਾਂ ਮੁਹੱਈਆ ਨਹੀਂ ਹੋ ਰਹੀਆਂ ਸਿਹਤ ਮੰਤਰੀ ਸ਼ਰਾਬ ਮੰਤਰੀ ਬਣ ਕੇ ਬੈਠ ਗਏ ਜੇ ਮਤਲਬ ਮੰਡੀਆਂ ਵਿੱਚ ਜੇ ਝੋਨਾ ਕਣਕ ਰੁਲ ਰਹੀ ਆ ਬਾਰਦਾਨਾ ਮਿਲ ਨਹੀਂ ਰਿਹਾ ਲਿਫਟਿੰਗ ਹੋ ਨਹੀਂ ਰਹੀ ਪੇਮੈਂਟ ਹੋ ਨਹੀਂ ਰਹੀ ਕਣਕ ਦੇ ਵੈਲਿਊ ਕੱਟ ਲੱਗ ਗਏ ਉਹਨੂੰ ਸੁਧਾਰਨ ਦੇ ਵਿੱਚ ਰਿਵਿਊ ਕਰਨ ਦੇ ਵੀ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਜਾਂ ਉਹਦੀ ਭਰਪਾਈ ਕਰਨ ਲਈ ਜਿਹੜਾ ਘੱਟ ਝਾੜ ਨਿਕਲਿਆ ਪਟਿਆਲਾ ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕਿਸਾਨ ਤਰ੍ਹਾਂ ਕਰ ਰਹੇ ਨੇ ਉਸ ਪਾਸੇ ਵੱਲ ਧਿਆਨ ਨਹੀਂ ਤੇ ਸ਼ਰਾਬ ਦੇ ਠੇਕੇ ਖੋਲ੍ਹਣ ਵੱਲ ਬਹੁਤ ਕਾਹਲੀ ਕੀਤੀ ਹੈ ਸਰਕਾਰ ਨੇ ਇਹਨੂੰ ਮੁੜ ਵਿਚਾਰਿਆ ਜਾਵੇ ਰਿਵਿਊ ਕੀਤਾ ਜਾਵੇ ਨਹੀਂ ਮੈਂ ਸਮਝਦਾ ਕਿ ਜੇ ਤਾਂ ਸ਼ਰਧਾਲੂਆਂ ਨੂੰ ਸੰਭਾਲਣ ਦਾ ਪ੍ਰਬੰਧ ਨਹੀਂ ਹੋ ਸਕਿਆ ਪ੍ਰੋਪਰ ਸ਼ਰਧਾਲੂ ਜਿਹੜੇ ਆਏ ਸਾਡੇ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਉਹਨਾਂ ਦੇ ਜੋ ਲੋਕ ਮੀਡੀਆ 'ਚ ਦੇਖ ਰਹੇ ਹਾਂ ਅਸੀਂ ਉਹ ਹਾਲ ਦੁਹਾਈ ਪਾ ਰਹੇ ਨੇ ਉਹਨਾਂ ਦੇ ਉਚਿਤ ਪ੍ਰਬੰਧ ਕਰ ਲੈਣ ਸ਼ਰਾਬ ਦਾ ਪ੍ਰਬੰਧ ਤਾਂ ਬਾਅਦ 'ਚ ਕਰ ਲੈਣ ਸੋ ਸਰਕਾਰ ਨੂੰ ਪ੍ਰਾਇੋਰਟੀ ਖੇਤਰ ਫਿਕਸ ਕਰਨੇ ਚਾਹੀਦੇ ਆ ਨਾ ਕਿ ਗੈਰ ਜ਼ਰੂਰੀ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਜਿਸ ਤਰੀਕੇ ਤੁਸੀਂ ਇਹ ਬਿਆਨ ਸੁਣਿਆ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਹੈ ਉਹ ਨਹੀਂ ਵਿਕਣੀ ਚਾਹੀਦੀ
ਤੇ ਦੂਸਰੇ ਪਾਸੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਹਿ ਦਿੱਤਾ ਕਿ ਸ਼ਰਾਬ ਦੀ ਦੁਕਾਨਾਂ ਦੀ ਬਜਾਏ ਗੁਰਦੁਆਰੇ ਤੇ ਮੰਦਿਰ ਦੇ ਜਿਹੜੇ ਦਰਵਾਜ਼ੇ ਨੇ ਉਹ ਖੋਲ੍ਹ ਦਿੱਤੇ ਜਾਣ। ਉਹਨਾਂ ਦਾ ਵੀ ਤੁਹਾਨੂੰ ਬਿਆਨ ਸੁਣਾਵਾਂਗੇ, ਤੁਸੀਂ ਵੀ ਸੁਣੋ ਉਹਨਾਂ ਦਾ ਬਿਆਨ ਕਿ ਉਹਨਾਂ ਨੇ ਗੱਲ ਕਿਉਂ ਕਹੀ ਹੈ। ਬਿਲਕੁਲ ਮੰਦਿਰ ਮਸਜਿਦ ਗੁਰਦੁਆਰੇ ਬੰਦ ਕਰ ਰੱਖੇ, ਜਿੱਥੇ ਸਿੱਖਾਂ ਨੇ ਜਾਂ ਹਿੰਦੂ ਜਾਂ ਸਿੱਖ ਮੁਸਲਮਾਨ ਜਿਹੜੇ ਜਾਂਦੇ ਆ, ਆਸਥਾ ਪ੍ਰਗਟ ਕਰਦੇ ਆ ਔਰ ਆਸਥਾ ਦੇ ਨਾਲ ਇਮਿਊਨਿਟੀ ਜਿਹੜੀ ਆ ਮਜ਼ਬੂਤ ਹੁੰਦੀ ਹੈ, ਤੇ ਉਹ ਤਾਂ ਅਸੀਂ ਬੰਦ ਕਰ ਰੱਖੇ ਆ। ਤੇ ਸ਼ਰਾਬ ਜਿਹੜੀ ਹੈ ਜਿਹਨੇ ਸਾਡੇ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ ਬਹੁਤ ਵਾਧਾ ਕਰਨਾ ਹੈ, ਕਿਉਂਕਿ ਸਾਰੇ ਬੰਦੇ ਘਰਾਂ ਦੇ ਵਿੱਚ ਆ, ਸ਼ਰਾਬ ਪੀਣਗੇ ਜ਼ਰੂਰੀ ਸੰਭਾਵਨਾ ਹੈ ਕਿ ਘਰੇਲੂ ਹਿੰਸਾ ਵਧੇਗੀ, ਤਾਂ ਸਰਕਾਰ ਨੂੰ ਸੋਚਣਾ। ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸੁਣਿਆ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਡਗਮਗਾਉਂਦੀ ਅਰਥ ਵਿਵਸਥਾ ਬਾਰੇ ਕਿ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਉਹ ਖੋਲ੍ਹਣੀਆਂ ਬਹੁਤ ਜ਼ਰੂਰੀ ਸਨ, ਕਿ ਰੈਵਨਿਊ ਇਕੱਠਾ ਕਰਨਾ ਬਹੁਤ ਜ਼ਰੂਰੀ ਸੀ ਸਿਰਫ ਸ਼ਰਾਬ ਦੀ ਦੁਕਾਨਾਂ ਨੂੰ ਖੋਲ੍ਹ ਕੇ, ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਪੈਟਰੋਲ ਤੇ ਡੀਜ਼ਲ ਉੱਪਰ 2-2 ਰੁਪਏ ਜਿਹੜਾ ਰੇਟ ਹੈ ਉਹ ਵਧਾ ਦਿੱਤੇ ਨੇ। ਤੇ ਲੁਧਿਆਣਾ ਦੇ ਕਈ ਫੈਕਟਰੀਆਂ ਵਾਲੇ ਮਾਲਕ ਇਹੋ ਜਿਹੇ ਵੀ ਹੈਗੇ ਨੇ ਜੋ ਪੰਜਾਬ ਸਰਕਾਰ ਦੀਆਂ ਸ਼ਰਤਾਂ ਦੇ ਉੱਤੇ ਫੈਕਟਰੀਆਂ ਨਹੀਂ ਖੋਲ੍ਹਣ ਦੇ ਹੱਕ ਵਿੱਚ ਨੇ, ਕਿਉਂਕਿ ਪੰਜਾਬ ਸਰਕਾਰ ਨੇ ਕੁਝ ਇਹੋ ਜਿਹੀ ਸ਼ਰਤਾਂ ਰੱਖੀਆਂ ਨੇ। ਉਹ ਕਹਿੰਦੇ ਨੇ ਕਿ ਅਸੀਂ ਫੈਕਟਰੀਆਂ ਬਿਲਕੁਲ ਨਹੀਂ ਖੋਲਾਂਗੇ। ਕਾਰਨ ਇੱਥੇ ਇਹ ਹੈ ਕਿ ਪੰਜਾਬ ਸਰਕਾਰ ਦੀ ਕੁਝ ਸ਼ਰਤਾਂ ਨੇ, ਤੁਹਾਨੂੰ ਅਸੀਂ ਉਹ ਵੀ ਬਿਆਨ ਸੁਣਾਉਂਦੇ ਹਾਂ ਕਿ ਉਹਨਾਂ ਨੇ ਕੀ ਗੱਲ ਕਹੀ ਹੈ। ਜਿਹੜੀ ਸਰਕਾਰ ਨੇ ਇੰਸਟਰਕਸ਼ਨਸ ਦਿੱਤੀਆਂ ਵੀ ਇੰਡਸਟਰੀ ਚਾਲੂ ਕੀਤੀ ਜਾਵੇ, ਉਹ ਬੜੀ ਕਨਫਿਊਜ਼ਨ ਆ, ਉਹਦੇ 'ਚ ਟਰਮ ਐਂਡ ਕੰਡੀਸ਼ਨ ਬੜੀਆਂ ਸਟਰੋਂਗ ਹੈਗੀਆਂ। ਦੇਖੋ ਇੰਡਸਟਰੀ ਵਾਲੇ ਆਪਣਾ ਸਮਾਨ ਆਪਣੀ ਲੇਬਰ ਨੂੰ ਦੇ ਸਕਦੇ ਆ, ਸੈਨੀਟਾਈਜ਼ਰ ਦੇ ਸਕਦੇ, ਮਾਸਕ ਦੇ ਸਕਦੇ ਆ, ਆਪਣਾ ਸੋਸ਼ਲ ਡਿਸਟੈਂਸ ਰੱਖ ਸਕਦੇ ਆ, ਮਗਰ ਜਿਹੜੀਆਂ ਸ਼ਰਤਾਂ ਬਈ ਉਹਨਾਂ ਨੂੰ ਕੁਝ ਹੋ ਜਾਂਦਾ ਜਾਂ ਇੰਸ਼ੋਰੈਂਸ ਉਹਨਾਂ ਦੀ ਕਰਾਓ ਤੇ ਉਹਨਾਂ ਦੀ ਜ਼ਿੰਮੇਵਾਰੀ ਮਾਲਕ ਦੀ ਹੋਏਗੀ, ਆਹ ਸ਼ਰਤਾਂ ਬੜੀਆਂ ਸਖਤ ਹੈਗੀਆਂ। ਸਰਕਾਰ ਨੂੰ ਚਾਹੀਦੀਆਂ ਲੋਕਾਂ ਨੂੰ ਗਾਈਡ ਕਰਨ, ਨਾ ਕਿ ਉਹਨਾਂ ਨੂੰ ਜ਼ਿਆਦਾ ਸ਼ਰਤਾਂ ਦੇ ਥੱਲੇ ਦਬਾ ਕੇ ਪ੍ਰੈਸ਼ਰਾਈਜ਼ ਕਰਕੇ ਕੰਮ ਕਰਨ। ਇੱਦਾਂ ਜ਼ਿਆਦਾ ਸਖਤੀ ਨਾਲ ਕੋਈ ਇੰਡਸਟਰੀ ਨਹੀਂ ਪ੍ਰੋਪਰ ਕੰਮ ਕਰ ਪਾਏਗੀ। ਸਰਕਾਰ ਕਹਿੰਦੀ ਹੈ ਬਈ ਵਰਕਰ ਨੂੰ ਸੰਭਾਲੋ, ਇੱਕ ਪਾਸੇ ਉਹਨਾਂ ਲਈ ਟ੍ਰੇਨਾਂ ਸ਼ੁਰੂ ਕਰ ਰਹੀ ਹੈ। ਅਸੀਂ ਕਿੱਥੇ ਖੜੇ ਆ? 15-15,000 10,000 ਵਰਕਰ ਦੀ ਸੈਲਰੀ ਹੈ, ਕੋਈ ਸਰਕਾਰ ਵੱਲੋਂ ਰਿਲੀਫ ਨਹੀਂ ਮਿਲੀ, ਕੋਈ ਬੈਂਕਾਂ ਨੇ ਨਹੀਂ ਦਿੱਤੀ RBI ਦੀ ਗਾਈਡਲਾਈਨ ਬਈ ਇਹਨਾਂ ਦੇ ਵਪਾਰੀਆਂ ਦੇ ਕੋਈ ਵਿਆਜ ਮਾਫ ਕੀਤੇ ਜਾਣ, ਕੋਈ ਕਿਸ਼ਤਾਂ ਮਾਫ ਕੀਤੀਆਂ ਜਾਣ। ਕਿਸੇ ਤਰ੍ਹਾਂ ਦੀ ਵਪਾਰੀ ਨੂੰ, ਟਰੇਡਰ ਨੂੰ, ਕੋਈ ਇੰਡਸਟਰੀ ਨੂੰ ਕੋਈ ਰਿਲੀਫ ਨਹੀਂ ਸਰਕਾਰ ਵੱਲੋਂ ਮਿਲੀ। ਸਰਕਾਰ ਆਪਣਾ ਭਾਂਡਾ ਚੱਕ ਕੇ ਵਪਾਰੀ ਦੇ, ਟਰੇਡਰ ਦੇ ਸਿਰ ਤੇ ਪਾਉਣਾ ਚਾਹੁੰਦੀ ਹੈ। ਮੇਰੀ ਕੇਂਦਰ ਸਰਕਾਰ ਤੋਂ, ਸੂਬਾ ਸਰਕਾਰ ਤੋਂ ਆਹੀ ਮੰਗ ਹੈ ਬਈ ਇੰਡਸਟਰੀ ਦਾ, ਟਰੇਡਰ ਦਾ ਸੋਚਿਆ ਜਾਵੇ। ਹੁਣ ਜਿਵੇਂ ਲੋਕਾਂ 'ਚ ਕਨਫਿਊਜ਼ਨ ਆ, ਅੱਧੀਆਂ ਦੁਕਾਨਾਂ ਖੁੱਲ੍ਹੀਆਂ ਅੱਧੀਆਂ ਬੰਦ ਹੈ, ਕੋਈ ਉੱਥੋਂ ਪਾਸ ਆਨਲਾਈਨ ਅਪਲਾਈ ਕਰੋ, ਪਾਸ ਨਹੀਂ ਮਿਲਦੇ। ਇੰਡਸਟਰੀ ਜਾਂ ਟਰੇਡਰ ਕਿੱਥੋਂ, ਬਿਨਾਂ ਟਰੇਡਰ ਤੋਂ ਇੰਡਸਟਰੀ ਕਿੱਦਾਂ ਸਰਵਾਈਵ ਕਰ ਜੋ ਜਿੰਨੀ ਦੇਰ ਉਹਨਾਂ ਨੂੰ ਰਾ ਮਟੀਰੀਅਲ ਨਹੀਂ ਪਹੁੰਚੂਗਾ। ਜਿਵੇਂ ਫੈਕਟਰੀਆਂ ਮਾਲਕ ਦਾ ਬਿਆਨ ਸੁਣੇ ਨੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਫੈਕਟਰੀਆਂ ਨਹੀਂ ਖੋਲਾਂਗੇ, ਪੰਜਾਬ ਸਰਕਾਰੀ ਸ਼ਰਤਾਂ ਜਿਹੜੀਆਂ ਹੈਗੀਆਂ ਨੇ ਉਹ ਸਾਡੇ ਕੋਲ ਮੰਨੀਆਂ ਨਹੀਂ ਜਾ ਸਕਦੀਆਂ, ਬਹੁਤ ਹੀ ਔਖੀਆਂ ਸ਼ਰਤਾਂ ਨੇ। ਆਪਾਂ ਸਾਰਿਆਂ ਦੀ ਚਰਚਾ ਕਰਾਂਗੇ। ਸਾਡੇ ਨਾਲ ਸਿਆਸਤ ਵਿੱਚ ਮਾਹਿਰ ਰੱਖਣ ਵਾਲੇ ਹਰ ਇੱਕ ਸਿਆਸਤ ਦੇ ਪ੍ਰਤੀਕਿਰਿਆ ਦਿੰਦੇ ਨੇ ਪ੍ਰੋਫੈਸਰ ਮਨਜੀਤ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੇ ਸ਼ੁਰੂਆਤ ਜਿਹੜੀ ਆਪਾਂ ਅਰਥ ਵਿਵਸਥਾ ਤੋਂ ਕਰਾਂਗੇ, ਪਹਿਲਾਂ ਹਿੰਦੁਸਤਾਨ ਦੀ ਗੱਲ ਕਰਾਂਗੇ, ਫਿਰ ਪੰਜਾਬ ਦੀ ਵੀ ਆਪਾਂ ਗੱਲ ਕਰਾਂਗੇ। ਸਰ ਮੇਰਾ ਪਹਿਲਾ ਸਵਾਲ ਇਹੀ ਹੈ ਕਿ ਲੋਕਡਾਊਨ ਖੋਲ੍ਹ ਦਿੱਤਾ ਗਿਆ, ਹੁਣ ਸ਼ਰਾਬ ਦਾ ਸਹਾਰਾ ਲਿਆ ਜਾ ਰਿਹਾ ਹੈ ਅਰਥ ਵਿਵਸਥਾ ਨੂੰ ਬਚਾਉਣ ਵਾਸਤੇ। ਪੈਟਰੋਲ ਡੀਜ਼ਲ ਦੇ ਜਿਹੜੇ ਹੈਗੇ ਨੇ ਭਾਰਤ ਦੀ ਅਲੱਗ-ਅਲੱਗ ਸਟੇਟ ਦੇ ਵਿੱਚ ਰੇਟ ਵਧਾ ਦਿੱਤੇ ਗਏ ਨੇ। ਤੁਹਾਨੂੰ ਲੱਗਦਾ ਇਹ ਦੋ ਕੰਮ ਕਰਨੇ ਬਹੁਤ ਜ਼ਰੂਰੀ ਸੀ ਅਰਥ ਵਿਵਸਥਾ ਵਧਾਉਣ ਵਾਸਤੇ, ਜਾਂ ਫੈਕਟਰੀਆਂ ਖੋਲ੍ਹਣੀ ਜ਼ਰੂਰੀ ਸੀ? ਹਾਲਤ ਇਹ ਆ ਕਿ ਤੇਲ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਪਾਣੀ ਦੇ ਹਿਸਾਬ ਨਾਲ ਵਿਕ ਰਿਹਾ, ਮੁਫਤ, ਆਲਮੋਸਟ ਮੁਫਤ। $20 ਪ੍ਰਤੀ ਬੈਰਲ, ਜਿਹੜਾ ਕਿ ਇੱਕ ਕਿਸੇ ਵੇਲੇ $130 ਪ੍ਰਤੀ ਬੈਰਲ ਸੀਗਾ, ਤੇ ਇੱਕ ਦਿਨ ਤੇ ਭਾਅ ਇੰਨੇ ਟੁੱਟ ਗਏ ਕਿ ਉਹ $37 ਕੋਲੋਂ ਦੇ ਕੇ ਨਾਲ ਬੈਰਲ ਜਿਹੜਾ ਦੇਣ ਲਈ ਤਿਆਰ ਸੀ, ਕਿਉਂਕਿ ਫੈਕਟਰੀਆਂ ਜਿਹੜੀਆਂ ਉਹ ਚਲਾ ਕੇ ਰੱਖਣੀਆਂ। ਜਦੋਂ ਤੇਲ ਇੰਨਾ ਸਸਤਾ ਮਿਲ ਗਿਆ, ਦੇਸ਼ ਦੇ ਵਿੱਚ ਥੱਲੇ ਜਿਹੜੇ ਛੋਟੇ ਕਾਰੋਬਾਰੀ ਹੈਗੇ ਆ, ਮਜ਼ਦੂਰ, ਹੋਰ ਇੰਪਲਾਈ ਸਾਰੇ ਇੰਨੇ ਗਰੀਬ ਗੁਰਬੇ ਸਾਰੇ ਤੰਗ ਬੈਠੇ ਆ, ਤੇ ਉਹਨਾਂ ਨੂੰ ਰਾਹਤ ਨਹੀਂ ਸੀ ਪਹੁੰਚਾਉਣੀ ਚਾਹੀਦੀ। ਤੇਲ ਨੂੰ ਬਹੁਤ ਸਸਤਾ ਕਰਨਾ ਚਾਹੀਦਾ ਸੀ। ਸੈਂਟਰ ਨੇ 10 ਰੁਪਏ ਪ੍ਰਤੀ ਲੀਟਰ ਪੈਟਰੋਲ ਵਧਾ ਦਿੱਤਾ ਤੇ 13 ਰੁਪਏ ਪ੍ਰਤੀ ਲੀਟਰ ਡੀਜ਼ਲ ਵਧਾ ਦਿੱਤਾ। ਮਤਲਬ ਇਹ ਕਿ ਸਾਨੂੰ ਤਾਂ ਭਾਵੇਂ ਪੁਰਾਣੇ ਰੇਟ 'ਤੇ ਮਿਲੂ, ਜਿਹੜਾ ਦੁਨੀਆ ਦੇ ਤੇਲਾਂ ਦੀ ਕੀਮਤ ਟੁੱਟਣ ਦੇ ਨਾਲ ਭਾਅ ਥੱਲੇ ਡਿੱਗੇ, ਉਹਨਾਂ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਜਾ ਰਹੀ। ਉਲਟਾ ਰਾਹਤ ਤੇ ਕੀ ਦੇਣੀ ਆ? ਵੈਟ ਠਾਠ ਵਿੱਚੇ ਕੇਜਰੀਵਾਲ, ਵਿੱਚੇ ਯੂਪੀ ਦੇ ਯੋਗੀ ਜੀ, ਵਿੱਚੇ ਹੀ ਆਪਣਾ ਹਰਿਆਣੇ ਦੇ ਚੀਫ ਮਿਨਿਸਟਰ, ਤੇ ਵਿੱਚੇ ਪੰਜਾਬ ਦੇ ਚੀਫ ਮਿਨਿਸਟਰ। ਤੇਲ ਮਹਿੰਗਾ ਕਰ ਦਿੱਤਾ। ਇਸ ਕਰਕੇ ਜਿਹੜੀ ਤੁਸੀਂ ਅਰਥ ਵਿਵਸਥਾ ਦੀ ਗੱਲ ਕਰਦੇ ਆ, ਤੇਲ ਇੱਕ ਵੱਡੀ ਚੀਜ਼ ਸੀ ਜਿੱਥੇ ਸਟੇਟਾਂ ਵੀ ਆਪਣਾ ਪੈਸਾ ਖਿੱਚੀ ਜਾਂਦੀਆਂ, ਤੇ ਸੈਂਟਰ ਨੇ ਤੇ ਸ਼ਰਮ ਹੀ ਲਾਤੀ ਆ ਕਿ ਜਾਣੀ 10 ਰੁਪਏ ਤੇ 13 ਰੁਪਏ ਪੈਟਰੋਲ ਤੇ ਡੀਜ਼ਲ ਦਾ ਬਹੁਤ ਜ਼ਿਆਦਾ
ਵੱਡਾ ਉਹਨਾਂ ਨੂੰ ਕਈ ਲੱਖ ਕਰੋੜ ਰੁਪਏ ਦਾ ਜਿਹੜੇ ਉਹਨਾਂ ਨੇ ਫਾਇਦਾ ਲੈਣਾ। ਪਿਛਲੇ ਸਾਲ ਉਹਨਾਂ ਨੂੰ ਵੈਸੇ 1,70,000 1.7 ਲੱਖ ਕਰੋੜ ਦਾ ਹੋਇਆ ਸੀ। ਇਸ ਵਾਰੀ ਕਿਉਂਕਿ ਲੋਕਾਂ ਨੇ ਗੱਡੀਆਂ ਥੋੜ੍ਹੀਆਂ ਘੱਟ ਚਲਾਉਣਗੇ, ਉਮੀਦ ਕੀਤੀ ਜਾਂਦੀ ਹੈ ਕਿ ਸੈਂਟਰ ਜਿਹੜਾ 1.6 ਲੱਖ ਕਰੋੜ ਦਾ ਇਸ ਵਾਰੀ ਫਾਇਦਾ ਤੇਲ ਦੇ ਉੱਤੋਂ ਚੱਕੂਗੀ। ਹੁਣ ਰਹੀ ਗੱਲ ਜਿਹੜੀ ਅਰਥ ਵਿਵਸਥਾ ਦੀ ਗੱਲ ਵਿਜੇ ਜੀ, ਓਵਰਆਲ ਅਪਰੋਚ ਹੀ ਗਲਤ ਆ। ਅਪਰੋਚ ਗਲਤ ਇਹ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਸਾਡੇ ਜਿਹੜੇ ਨੋਬਲ ਲੌਰੀਏਟ ਆ ਅਭਿਜੀਤ ਬੈਨਰਜੀ, ਉਹਨਾਂ ਦਾ ਬਿਆਨ ਆਇਆ, ਤੁਹਾਡੇ ਰਘੂਰਾਮ ਰਾਜਨ ਦਾ ਬਿਆਨ ਆਇਆ, ਤੁਹਾਡੇ ਅਰਵਿੰਦ ਸੁਬਰਾਮਨੀਅਮ ਜਿਹੜੇ ਚੀਫ ਇਕਨੋਮਿਕ ਐਡਵਾਈਜ਼ਰ ਰਹੇ ਆ ਪ੍ਰਾਈਮ ਮਿਨਿਸਟਰ ਦੇ, ਉਹਨਾਂ ਨੇ ਤੁਹਾਨੂੰ ਦੱਸਿਆ। ਤੁਸੀਂ ਕਿਸੇ ਦੀ ਸੁਣ ਲਈ ਤਾਂ ਨਹੀਂ, ਤੁਹਾਡੇ ਕੋਲ ਇੱਕੋ ਇੱਕ ਮੋਦੀ ਸਾਹਿਬ ਜਿਹੜੇ ਆ ਵੱਡੇ ਇਕਨੋਮਿਸਟ ਰਹਿ ਗਏ, ਵੱਡੇ ਪੋਲੀਟੀਸ਼ੀਅਨ ਰਹਿ ਗਏ, ਤੇ ਉਹ ਆ ਕੇ ਟੀਵੀ ਦੇ ਬਿਆਨ ਦੇਈ ਜਾਂਦੇ। ਉਹਨਾਂ ਦਾ ਕੀ ਕਹਿਣਾ ਕਿ ਘੱਟੋ ਘੱਟ GDP ਦਾ ਟੂ ਬਿਗਿਨ ਵਿਦ ਤੁਸੀਂ 5% ਥੱਲੇ ਪਹੁੰਚਾਓ ਗਰੀਬਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਛੋਟੇ ਕਾਰੋਬਾਰੀਆਂ ਨੂੰ, ਅਰਥ ਵਿਵਸਥਾ ਦੇ ਵਿੱਚ ਮਾੜਾ ਜਿਹਾ ਸੇਕ ਆਊਗਾ ਤੇ ਜਿਹੜਾ ਚੱਕਾ ਜਾਮ ਆ ਇਹ ਰਿੜ ਪਊਗਾ। ਇਹਨਾਂ ਨੇ ਕੀ ਕੀਤਾ? ਅਜੇ 1% ਵੀ ਨਹੀਂ ਕੀਤਾ, ਉਹ ਵੀ ਅਜੇ ਅਲਾਟ ਕੀਤਾ। ਜੇ ਲੋਕਾਂ ਤੱਕ ਕਿੱਥੇ ਅਨਾਜ ਵਗੈਰਾ ਦਿੱਤਾ, ਕਿਉਂਕਿ ਉਹ ਸਾਡੇ ਕੋਲ ਹੈਗਾ, ਉਹ ਵੰਡਤਾ ਜਿਹੜਾ ਰੁਲ ਰਿਹਾ ਸੀਗਾ, ਜਿਹੜਾ ਖਰਾਬ ਹੋ ਰਿਹਾ ਸੀ ਗੋਦਾਮਾਂ 'ਚ ਪਿਆ, ਉਹ ਜ਼ਰੂਰ ਥੋੜ੍ਹਾ ਬਹੁਤ ਵੰਡਿਆ, ਕਈਆਂ ਨੂੰ ਮਿਲ ਗਿਆ, ਕਈਆਂ ਨੂੰ ਰਹਿ ਗਿਆ। ਇਸ ਕਰਕੇ ਜੇ ਸਰਕਾਰ ਨੇ ਹੁਣੇ ਅਰਥ ਵਿਵਸਥਾ ਚਲਾਉਣੀ ਹੈ, ਜਾਮ ਤੇ ਕਰਤੀ, ਬਹੁਤ ਜ਼ਿਆਦਾ ਅਸੀਂ ਵੱਡੇ ਸੰਕਟ ਜਾਵਾਂਗੇ। ਕੋਈ ਸਾਰੇ ਵਰਕਰਾਂ ਨੂੰ ਡਰਾ ਇਹਨਾਂ ਦਿੱਤਾ ਕਿ ਗੱਡੀਆਂ ਭਰ ਕੇ ਪੰਜਾਬ ਤੋਂ 8-9 ਲੱਖ ਪੰਜਾਬ ਤੋਂ ਜਾਣਾ ਚਾਹੁੰਦਾ, ਬਿਹਾਰ, ਯੂਪੀ, ਹੋਰ ਮੱਧ ਪ੍ਰਦੇਸ਼, ਸਾਰੀ ਜਗ੍ਹਾ ਵੈਸਟ ਬੰਗਾਲ ਤੱਕ ਜਾਣਾ ਚਾਹੁੰਦਾ। ਇਸੇ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਰੋੜਾਂ ਦੀ ਗਿਣਤੀ 'ਚ ਕਈ ਕਰੋੜ ਵਰਕਰ ਸੂਬਿਆਂ ਨੂੰ ਛੱਡ ਕੇ ਆਪੋ ਆਪਣੇ ਘਰਾਂ ਨੂੰ ਭੱਜ ਗਏ। ਉਹ ਕਹਿੰਦੇ ਕਿ ਸਾਡੇ ਕੋਲ ਰੁਜ਼ਗਾਰ ਨਹੀਂ, ਅਸੀਂ ਭੁੱਖੇ ਮਰਨ ਲੱਗੇ। ਉਹਨਾਂ ਦਾ ਨਾ ਸਰਕਾਰਾਂ 'ਤੇ ਭਰੋਸਾ ਰਿਹਾ, ਨਾ ਆਪਣੇ ਜਿਹੜੇ ਮਾਲਕ ਸੀ ਜਿੱਥੇ ਉਹ ਕੰਮ ਮਿਲਦਾ ਸੀ ਉਹਨਾਂ 'ਤੇ ਭਰੋਸਾ ਰਿਹਾ। ਉਹਨਾਂ ਨੇ ਮੇਰੀ ਬਾਤ ਪੁੱਛੀ, ਜਦੋਂ ਤੇ ਕੰਮ ਸੀ ਉਦੋਂ ਤੇ ਗਲੇ ਲਾਉਂਦੇ ਸੀਗੇ। ਹੁਣ ਜਦੋਂ ਸਰਕਾਰ ਨੇ ਕਿਹਾ ਕਿ ਇਹਨਾਂ ਦਾ ਧਿਆਨ ਰੱਖੋ, ਹੱਥ ਖੜੇ ਕਰਤੇ ਮਾਲਕਾਂ ਨੇ ਕਿ ਅਸੀਂ ਨਹੀਂ ਇਹਨਾਂ ਦਾ ਕੁਝ ਵੀ ਕਰ ਸਕਦੇ, ਅਸੀਂ ਤਾਂ ਇਹਨਾਂ ਨੂੰ ਜਿਹੜੇ ਮਾਸਕ ਆ ਉਹ ਵੀ ਨਹੀਂ ਦੇ ਸਕਦੇ, ਅਸੀਂ ਇਹਨਾਂ ਨੂੰ ਖਾਣੇ ਦਾ ਵੀ ਨਹੀਂ ਦੇ ਸਕਦੇ, ਅਸੀਂ ਜੇ ਕਿ ਰਹਿਣ ਦਾ ਲੋੜ ਪਵੇ ਇਹਨਾਂ ਨੂੰ ਆਈਸੋਲੇਸ਼ਨ ਕਰਨੀ ਅਸੀਂ ਉਹ ਵੀ ਨਹੀਂ ਕਰ ਸਕਦੇ। ਤੁਹਾਨੂੰ ਆਪਣਾ ਪ੍ਰੋਫਿਟ ਚਾਹੀਦਾ, ਵਰਕਰ ਮਰ ਜੇ ਤੇ ਮਰ ਜੇ। ਇਸ ਕਰਕੇ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਆਪਣੇ ਘਰ ਜਾਵਾਂਗੇ ਔਰ ਸਾਰਿਆਂ ਨੂੰ ਨਾਨੀ ਯਾਦ ਕਰਾਵਾਂਗੇ। ਪੰਜਾਬ ਦੀ ਹਾਲਤ ਇਹ ਹੈ ਵੀ ਜੇ ਅੱਜ ਚੀਫ ਮਿਨਿਸਟਰ ਸਾਹਿਬ ਕਹਿ ਰਹੇ ਆ ਕਿ 1.5% ਯੂਨਿਟ ਚੱਲ ਰਹੇ ਆ, ਮਤਲਬ ਖਤਮ ਹੀ ਹੈ। 1.5 ਕੀ ਹੁੰਦੇ ਆ? ਮੈਂ ਫੈਕਟਰੀ ਦੀ ਗੱਲ ਵੀ ਕਰਾਂਗਾ। ਫੈਕਟਰੀਆਂ ਦੇ ਹੁਣ ਜਿਹੜੇ ਮਾਲਕ ਹੈਗੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਨਹੀਂ ਸਾਂਭ ਸਕਦੇ ਜਿਹੜੀ ਪੰਜਾਬ ਦੀ ਛੱਤਾਂ ਨੇ। ਪਰ ਉਸ ਤੋਂ ਪਹਿਲਾਂ ਇੱਕ ਸਵਾਲ ਹੋਰ ਆਉਂਦਾ ਹੈ ਕਿ ਸ਼ਰਾਬ ਦੀ ਜਿਹੜੀ ਡਿਲੀਵਰੀ ਹੈਗੀ ਹੈ ਉਹ ਘਰ ਘਰ ਪਹੁੰਚਾਈ ਜਾ ਰਹੀ ਹੈ ਪੰਜਾਬ ਗੌਰਮੈਂਟ ਵੱਲੋਂ। ਅਰਥ ਵਿਵਸਥਾ ਨੂੰ ਸਹੀ ਕਰਨ ਵਾਸਤੇ ਇਹ ਕਰਨਾ ਜ਼ਰੂਰੀ ਹੈ, ਜਾਂ ਜਿਸ ਤਰੀਕੇ ਨਾਲ ਸਰਕਾਰ ਸ਼ਰਾਬ ਦਾ ਸਹਾਰਾ ਲੈ ਰਹੀ ਹੈ ਕਿ ਪੈਸੇ ਦਾ ਜੋ ਰੈਵਨਿਊ ਵਗੈਰਾ ਇਕੱਠਾ ਹੋ ਜਾਵੇ ਕਿ ਪਟੜੀ 'ਤੇ ਆ ਜਾਵੇ ਅਰਥ ਵਿਵਸਥਾ, ਤੁਹਾਡੇ ਸਾਹਮਣੇ ਇਹ ਕੰਮ ਸਹੀ ਹੈ? ਭਾਵੇਂ ਮਜੀਠੀਆ ਜੀ ਹੈ ਤੇ ਭਾਵੇਂ ਚੰਦੂ ਮਾਜਰਾ, ਇਹਨਾਂ ਦੇ ਹੈ ਰਾਜਨੀਤਿਕ ਬਿਆਨ, ਇਹਨਾਂ ਨੇ ਕਰਨੀ ਹੈ ਰਾਜਨੀਤੀ। ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਮੈਂ ਕ੍ਰੈਡੈਂਸ ਦਿੰਦਾ ਕਿਉਂਕਿ ਉਹਨਾਂ ਦੇ ਬੜੇ ਹਮੇਸ਼ਾ ਬਿਆਨ ਵਧੀਆ ਬੈਲੈਂਸਡ ਆਉਂਦੇ ਆ, ਜਿਹੜੇ ਪ੍ਰੋ ਪੀਪਲ ਹੈਗੇ ਆ, ਕਿਉਂਕਿ ਉਹ ਧਰਮ ਦੇ ਲੀਡਰ। ਉਹਨਾਂ ਦਾ ਕਹਿਣਾ ਕਿ ਧਰਮ ਨੂੰ ਖੋਲ੍ਹਣਾ ਚਾਹੀਦਾ, ਉਹ ਉਹਨਾਂ ਦਾ ਇੱਕ ਅਲੱਗ ਕਿਸਮ ਦੀ ਅਪਰੋਚ ਹੈਗੀ। ਪਰ ਜੇ ਤੁਸੀਂ ਇਹ ਬਾਕੀ ਗੱਲ ਇਹ ਸਮਝੋ ਕਿ ਜੇ ਤੁਸੀਂ ਕਹੋ ਕਿ ਸ਼ਰਾਬ ਤੁਸੀਂ ਬੰਦ ਕਰ ਦਿਓਗੇ, ਸ਼ਰਾਬ ਨਹੀਂ ਖੁੱਲ੍ਹਣੀ ਚਾਹੀਦੀ, ਸ਼ਰਾਬ ਮੈਂ ਨਹੀਂ ਚਾਹੁੰਦਾ, ਮੈਂ ਤਾਂ ਬਿਲਕੁਲ ਨਹੀਂ ਚਾਹੁੰਦਾ। ਮਤਲਬ ਮੇਰੇ ਵੱਲੋਂ ਨਹੀਂ ਮੈਂ ਕਹਿ ਰਿਹਾ ਕਿ ਇੱਕ ਡਾਕਟਰ ਦੇ ਵੱਲੋਂ ਵੀ ਸ਼ਰਾਬ ਦਾ ਜਿੰਨਾ ਤੁਸੀਂ ਛੇਵਾਂ ਦਰਿਆ ਪੰਜਾਬ 'ਚ ਵਗਾਇਆ ਉਹ ਬਿਲਕੁਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੇ ਟੋਟਲ ਬੰਦ ਨਹੀਂ ਹੁੰਦਾ ਬਹੁਤ ਘਟਣਾ ਚਾਹੀਦਾ। ਪਰ ਤੁਸੀਂ ਜੇ ਅੱਜ ਦੀ ਡੇਟ 'ਚ ਠੇਕੇ ਬਿਲਕੁਲ ਬੰਦ ਕਰ ਦੋਗੇ, ਬਿਹਾਰ ਕਿੰਨਿਆਂ ਸਾਲਾਂ ਦੇ ਉੱਤੋਂ ਡਰਾਈ ਸਟੇਟ ਹੈ, ਜਿਹੜਾ ਮਰਜ਼ੀ ਬ੍ਰਾਂਡ ਲੈ ਲਓ ਪਰ ਦੁੱਗਣੇ ਰੇਟ 'ਤੇ। ਇਸੇ ਤਰੀਕੇ ਨਾਲ ਗੁਜਰਾਤ ਕਿੰਨੇ ਸਾਲਾਂ ਦੇ, ਬਿਹਾਰ ਨੂੰ ਸੱਚ ਹੁਣੇ ਕੀਤਾ ਹੈ ਪਰ ਗੁਜਰਾਤ ਬਹੁਤ ਸਾਲਾਂ ਤੋਂ ਡਰਾਈ ਸਟੇਟ ਹੈਗੀ ਹੈ, ਉੱਥੇ ਜਿਹੜਾ ਮਰਜ਼ੀ ਬ੍ਰਾਂਡ ਲੈ ਲਓ। ਉਲਟਾ ਕੀ ਹੁੰਦਾ ਕਿ ਵੱਡਾ ਮਾਫੀਆ ਇਸੇ ਹੀ ਪੋਲੀਟੀਸ਼ੀਅਨਾਂ ਦੀ ਛਤਰ ਛਾਇਆ ਦੇ ਵਿੱਚ ਤੇ ਪੁਲਿਸ ਦੀ ਮਦਦ ਦੇ ਨਾਲ, ਜਿਵੇਂ ਬਾਕੀ ਚਿੱਟਾ ਵਿਕਦਾ ਦਾਰੂ ਵੀ ਉਸੇ ਤਰਜ਼ ਤੇ ਵਿਕਣ ਲੱਗ ਜੂ। ਆ ਹੁਣ 40 ਦਿਨ ਬੰਦ ਰਿਹਾ, ਸ਼ਰਾਬ ਧੜਾ ਪਿੰਡਾਂ 'ਚ ਮਿਲਦੀ ਸੀਗੀ। ਤੁਸੀਂ ਆ ਫਤਿਹਗੜ੍ਹ ਸਾਹਿਬ ਲਾ ਲਓ, ਬਠਿੰਡਾ ਲਾ ਲਓ, ਕਿੱਥੇ ਜਿਹਨੇ ਪੀਣੀ ਸੀ ਔਰ ਜਿਹੜੇ ਬੂਟ ਲੈਗਰ ਸੀਗੇ ਉਹਨਾਂ ਦੀਆਂ ਮੌਜਾਂ ਸੀਗੀਆਂ, ਜਾਂ ਇਹੀ ਠੇਕੇਦਾਰ ਪਿਛਲੇ ਪਾਸਿਓਂ ਬਿਨਾਂ ਐਕਸਾਈਜ਼ ਤੋਂ ਵੇਚੀ ਜਾਂਦੇ ਸੀ। ਸਰਕਾਰ ਨੂੰ ਇੱਕ ਹੈਗੀ ਆ ਨਸ਼ਾ ਮੁਕਤ ਕਰਨਾ ਪੰਜਾਬ ਨੂੰ, ਪਹਿਲਾਂ ਤੇ ਇਹਨੂੰ ਡਿਕਲੇਅਰ ਕਰੇ ਸਰਕਾਰ। ਹੁਣ ਸਰਕਾਰ ਨਾਰਾ ਦੇਗੀ ਨਸ਼ਾ ਮੁਕਤ ਪੰਜਾਬ, ਕਿਉਂਕਿ ਸਰਕਾਰ ਤਾਂ ਖੁਦ ਘਰ ਘਰ ਸ਼ਰਾਬ ਪਹੁੰਚਾ ਰਹੀ ਹੈ। ਮੈਂ ਤੁਹਾਡੀ ਵਾਲੀ ਗੱਲ ਹੀ ਕਰਨ ਲੱਗਾ। ਸਰਕਾਰ ਪਹਿਲਾਂ ਇਹ ਗੱਲ ਕਹੇ ਕਿ ਜਿਹੜੀ ਸ਼ਰਾਬ ਪੀਣਾ ਨਸ਼ਾ ਹੈਗਾ, ਉਹਦੇ ਇਹਨੂੰ ਮੰਨਦੇ ਹੀ ਨਹੀਂ ਨਸ਼ਾ, ਇਹਨੂੰ ਕਹਿੰਦੇ ਐਂਟਰਟੇਨਮੈਂਟ, ਖੁਸ਼ੀ ਦੀ ਆ, ਮਜ਼ੇ ਦੀ ਗੱਲ ਆ। ਇਸ ਕਰਕੇ ਜੇ ਇਹਨੂੰ ਨਸ਼ਾ ਮੰਨਣਗੇ ਫਿਰ ਉਹਨੂੰ ਬੰਦ ਕਰਨ ਵਾਲੀਆਂ ਵੀ ਗੱਲਾਂ ਚੱਲਣਗੀਆਂ। ਇਸ ਕਰਕੇ ਮੈਂ ਤਾਂ ਇਸ ਨੂੰ ਨਸ਼ਾ ਸਮਝਦਾ ਔਰ ਹੈ ਵੀ,
ਖਾਸ ਕਰਕੇ ਜਿਹੜੇ ਗਰੀਬਾਂ ਦਾ ਪਰਿਵਾਰ 60-70% ਜਨਤਾ ਜਨਾਰਦਨ ਆ, ਉਹਨਾਂ ਦੇ ਘਰ ਇੰਨੇ ਕਲੇਸ਼ ਆ। ਅੱਜ ਜਿੰਨੇ ਛੋਟੇ ਮਜ਼ਦੂਰ ਹੈਗੇ, ਮੈਂ ਸਟੱਡੀ ਕੀਤੀ ਸਾਰੀ ਉਮਰ ਉਹਨਾਂ ਦੇ, ਆਪਣਾ ਪੈਸਾ ਕਮਾ ਕੇ ਦਾਰੂ ਪੀ ਜਾਂਦੇ ਆ, ਘਰ ਦੀਆਂ ਲੋਕਾਂ ਦੇ ਭਾਂਡੇ ਮਾਂਜਦੀਆਂ ਫਿਰਦੀਆਂ, ਸ਼ਾਮ ਨੂੰ ਕੁੱਟ ਕੇ ਉਹਦਾ ਪੈਸਾ ਵੀ ਲੈ ਜਾਂਦੇ ਆ, ਨਿਆਣੇ ਰੁਲਦੇ ਫਿਰਦੇ ਆ, ਉਹ ਫਿਰ ਗਾਂਹ ਭਾਂਡੇ ਮਾਂਜੀ ਜਾਂਦੇ ਆ, ਕੋਈ ਸਕੂਲ 'ਚ ਨਹੀਂ ਜਾ ਸਕਦਾ। ਇਹਨਾਂ ਹਾਲਾਤਾਂ ਦੇ ਵਿੱਚ ਇਹ ਜ਼ਰੂਰੀ ਆ ਕਿ ਜੇ ਤੁਸੀਂ ਆਮ ਜੀਵਨ ਜਿਹੜਾ, ਔਰਤਾਂ ਬੜੀਆਂ ਤੰਗ ਆ, ਔਰਤਾਂ ਬਿਲਕੁਲ ਨਹੀਂ ਚਾਹੁੰਦੀਆਂ ਖੁੱਲ੍ਹਣੇ ਚਾਹੁਣ, ਤੁਸੀਂ ਰਾਜਨੀਤੀ ਕਰਨੀ ਤੇ ਕਰੋ। ਕੀ ਇਹ ਅਕਾਲੀਆਂ ਨੂੰ ਨਹੀਂ ਸੀ ਪਤਾ ਕਿ ਤੁਸੀਂ ਪਿੰਡੋ ਪਿੰਡੀ ਠੇਕੇ ਜਦੋਂ ਖੋਲ੍ਹਦੇ ਸੀ, ਤੁਹਾਡਾ 10 ਸਾਲ ਰਿਹਾ, ਕਿੰਨੇ ਤੁਸੀਂ ਠੇਕੇ ਬੰਦ ਕਰਾਏ ਆ? ਉਸੇ ਤਰ੍ਹਾਂ ਹੀ ਠੇਕੇ ਪਹਿਲਾਂ ਵਧੀ ਜਾਂਦੇ ਸੀ, ਹੁਣ ਵੀ ਉਸੇ ਤਰ੍ਹਾਂ ਵਧੀ ਜਾਂਦੇ। ਪੰਚਾਇਤਾਂ ਰੈਜ਼ੋਲੂਸ਼ਨ ਫਿਰ ਤੁਹਾਨੂੰ ਲੱਗਦਾ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਿਆਨ ਆ ਰਹੇ ਨੇ, ਉਹ ਵੀ ਉਨੀ ਕਸੂਰਵਾਰ ਹੈ ਜਿੰਨੀ ਕੈਪਟਨ ਸਰਕਾਰ ਹੈ? ਬਿਲਕੁਲ ਆ ਗਿਆ। ਕਿਉਂ ਨਹੀਂ? ਕੀ ਸਰਕਾਰ ਉਹ ਨਹੀਂ ਸੀ ਇਹਦਾ ਰੈਵਨਿਊ ਲੈਂਦੇ? ਅੱਜ ਦੇ ਤਰੀਕ ਦੇ ਵਿੱਚ 6200 ਕਰੋੜ ਰੁਪਈਆ ਸ਼ਰਾਬ ਦੇ ਤੇ ਇਹਨਾਂ ਨੂੰ ਪੈਸੇ ਆਉਂਦੇ ਆ। ਇਹ ਮੇਰਾ ਖਿਆਲ ਆ ਕਿ ਸਾਡੇ ਪੂਰੇ ਦੇਸ਼ ਦੇ ਵਿੱਚ, ਮੈਂ ਤੁਹਾਨੂੰ ਦੱਸ ਦਿਆਂ, 10 ਤੋਂ 15% ਰੈਵਨਿਊ ਸ਼ਰਾਬ ਤੋਂ ਆ ਰਿਹਾ। ਸ਼ਰਾਬ ਵੇਚ ਕੇ ਪੂਰੇ ਦੇਸ਼ 'ਚ GST ਤੋਂ ਬਾਅਦ ਦੂਜਾ ਨੰਬਰ ਦੇ ਉੱਤੇ ਸ਼ਰਾਬ ਹੈਗੀ ਹੈ, ਜਿਹੜਾ ਸਰਕਾਰਾਂ ਨੂੰ ਪੈਸੇ ਆ ਰਹੇ। ਤੀਜੇ ਨੰਬਰ ਤੇ ਪੈਟਰੋਲ ਵਗੈਰਾ ਹੋ ਸਕਦਾ, ਬਾਕੀ ਤੇ ਜਿਹੜੇ ਜਿੰਨਾ ਵੀ ਹੈਗਾ। ਇਸ ਕਰਕੇ ਇਹ ਜਿਹੜੀ ਐਡੀ ਵੱਡੀ ਇੱਕ ਇਹਨਾਂ ਦੀ ਮਿਲਕਿੰਗ ਕਾਓ ਹੈਗੀ ਹੈ, ਜਿੱਥੋਂ ਇਹਨਾਂ ਨੂੰ ਇੰਨਾ ਵੱਡਾ ਮਾਲ ਮਿਲਦਾ, ਉਹ ਤੇ ਲੋਕਾਂ 'ਚ ਸਰਕਾਰਾਂ ਜਿਹੜੀਆਂ ਕੀ ਚਾਹੁੰਦੀਆਂ? ਪੈਸੇ ਚਾਹੁੰਦੀਆਂ, ਆਪਣੀ ਐਸ਼ੋ-ਇਸ਼ਰਤ ਚਾਹੁੰਦੀਆਂ, ਆਪਣੇ ਕਾਰਪੋਰੇਟਾਂ ਨਾਲ ਯਾਰੀ ਚਾਹੁੰਦੀਆਂ। ਉਹਨਾਂ ਦੇ ਲਿਹਾਜ਼ ਦੇ ਨਾਲ ਇਹ ਠੀਕ ਹੈ ਕਿ ਲੋਕ ਮਰਦੇ ਆ ਤੇ ਮਾਰਨ, ਘਰ ਟੁੱਟਦੇ ਆ, ਜਨਾਨੀਆਂ ਤੰਗ ਹੁੰਦੀਆਂ ਤੇ ਹੁਣ ਲੜਾਈਆਂ ਪੈਂਦੀਆਂ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਪੈਸਾ ਚਾਹੀਦਾ, ਪੈਸਾ ਮਿਲੀ ਜਾਂਦਾ। ਇਸ ਕਰਕੇ ਸ਼ਰਾਬ ਦੇ ਉੱਤੋਂ ਬਹੁਤ ਪੈਸਾ, ਉਹਦੀ ਮੈਨੂਫੈਕਚਰਿੰਗ ਕਾਸਟ ਹੈ ਵਿਜੇ, ਬਹੁਤ ਥੋੜੀ ਹੁੰਦੀ ਹੈ, ਕੁਛ ਵੀ ਨਹੀਂ ਹੈ। ਔਰ ਉਸ ਦੇ ਉੱਤੇ 20 ਗੁਣਾ 40 ਗੁਣਾ ਪਤਾ ਨਹੀਂ ਕਿੰਨੇ ਟੈਕਸ ਲਾ ਕੇ ਤੇ ਹੋਰ ਪੈਸੇ ਵਿੱਚੋਂ ਠੇਕੇਦਾਰ ਖਾ ਖੂ ਕੇ ਕਿੰਨੀ ਮਹਿੰਗੀ ਵਿਕਦੀ ਹੈ। ਇਸ ਕਰਕੇ ਚਾਹੀਦਾ ਇਹ ਹੈਗਾ ਕਿ ਅਸੀਂ ਇੰਡੀਆ ਦੇ ਵਿੱਚ, ਖਾਸ ਕਰਕੇ ਪੰਜਾਬ ਦੇ ਵਿੱਚ, ਵਿਆਹਾਂ ਦੇ ਵਿੱਚ ਓਪਨ ਸ਼ਰਾਬ ਦੀਆਂ ਕਿਵੇਂ, ਉਹ ਜਿਹਦੇ 'ਚ ਸ਼ਰਾਬ ਨਹੀਂ ਵੰਡੀ ਜਾਂਦੀ ਉਹਨੂੰ ਕਹਿੰਦੇ ਵਿਆਹ ਹੀ ਨਹੀਂ ਹੈਗਾ। ਇਹ ਚੀਜ਼ਾਂ ਅੱਜ ਹਰਪ੍ਰੀਤ ਸਿੰਘ ਜੀ ਕਹਿ ਰਹੇ ਆ ਕਿ ਨਹੀਂ ਸ਼ਰਾਬ ਹੋਣੀ ਚਾਹੀਦੀ, ਠੀਕ ਹੈ ਨਾ। ਉਹਨਾਂ ਨੇ ਜਾਂ SGPC ਨੇ, ਸਿੱਖ ਮੱਤ ਨੇ ਇੱਥੇ ਪੰਜਾਬ ਦੇ ਵਿੱਚ ਐਜ਼ ਸਿੱਖ ਸ਼ਰਾਬ ਨੂੰ ਰੋਕਣ ਲਈ ਕਿਹੜੀ ਕੰਪੇਨ ਕੀਤੀ ਆ ਵੀ ਅੱਜ ਤੱਕ? ਮੈਨੂੰ ਤਾਂ ਕਦੀ ਕੋਈ ਦਿਖੀ ਨਹੀਂ। ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਜੇ ਪੰਜਾਬ ਨੂੰ ਬਚਾਉਣਾ। ਇਹ ਇਕੱਲੀ ਸਿੱਖੀ ਦੀ ਗੱਲ ਨਹੀਂ ਹੈ, ਮਨੁੱਖਤਾ ਦੀ ਗੱਲ ਹੈਗੀ ਹੈ। ਸਮੁੱਚੇ ਭਾਵੇਂ ਹਿੰਦੂ ਹੋਵੇ, ਕੋਈ ਹੋਵੇ, ਕਿਸੇ ਜਾਤੀ ਦਾ ਹੋਵੇ, ਕੋਈ ਮਜ਼ਹਬ ਦਾ ਹੋਵੇ। ਮੈਂ ਪੋਲੀਟੀਸ਼ੀਅਨ ਦੇ ਬਿਆਨ ਤੇ ਆਨਾ, ਜਿਵੇਂ ਹੁਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਕਹਿ ਰਹੇ ਨੇ, ਉਹਨਾਂ ਦੀ ਵੀ ਵੀਡੀਓ ਸਾਹਮਣੇ ਆਈ ਹੈ, ਜਾਂ ਜਿਸ ਤਰ੍ਹਾਂ NK ਸ਼ਰਮਾ ਵੀ ਕਹਿ ਰਹੇ ਨੇ, ਜਾਂ ਉਹਦੇ ਵਿੱਚ ਆਪਾਂ ਕਹਿ ਲਈਏ ਕਿ ਮਜੀਠੀਆ ਸਾਹਿਬ ਵੀ ਕਹਿ ਰਹੇ ਨੇ ਕਿ ਸ਼ਰਾਬ ਜਿਹੜੀ ਹੈ ਉਹ ਬੈਨ ਹੋਣੀ ਚਾਹੀਦੀ ਹੈ, ਸਰਕਾਰ ਨੇ ਚੰਗਾ ਕਦਮ ਨਹੀਂ ਚੁੱਕਿਆ। ਦੂਸਰੇ ਪਾਸੇ ਗੱਲ ਕਰਦੇ ਨੇ ਕਿ ਹੁਣ ਆਪਾਂ ਦੇਖ ਰਹੇ ਸੀ ਕਰੋਨਾ ਦੀ ਮਹਾਮਾਰੀ ਚੱਲੀ ਹੈ ਕਿ ਅਸੀਂ ਸਿਆਸਤ ਨਹੀਂ ਕਰਨੀ, ਸਿਆਸਤ ਕੋਈ ਵੀ ਬਿਆਨਬਾਜ਼ੀ ਨਹੀਂ ਕਰਨੀ। ਫਿਰ ਤੁਹਾਨੂੰ ਲੱਗਦਾ ਸਾਰੇ ਸਿਆਸਤ ਹੀ ਕਰਦੇ ਨੇ, ਸਿਆਸਤ ਉੱਤੇ ਬਿਆਨਬਾਜ਼ੀ ਕਰਦੇ ਨੇ। ਜਿਵੇਂ ਤੁਸੀਂ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਵੇਲੇ ਵੀ ਰੈਵਨਿਊ ਇਕੱਠਾ ਹੁੰਦਾ ਰਿਹਾ ਸ਼ਰਾਬ ਦਾ, ਫਿਰ ਉਸ ਵੇਲੇ ਠੇਕੇ ਕਿਉਂ ਨਹੀਂ ਬੰਦ ਕੀਤੇ ਇਹਨਾਂ ਨੇ? ਮੈਂ ਇਹੀ ਕਹਿੰਦਾ ਕਿ ਸਾਰੇ ਰਲੇ, ਬਾਰ-ਬਾਰ ਜਿਵੇਂ ਆਮ ਆਦਮੀ ਪਾਰਟੀ ਕਹਿੰਦੀ ਰਲੇ ਵਾਲੀ ਗੱਲ ਆ ਜਾਂਦੀ ਆ, ਪਰ ਇਹਦੇ 'ਚ ਇਕੱਠੇ ਆ ਇਸ ਗੱਲ ਤੇ। ਇਹ ਪੌਂਟੀ ਚੱਦਾ ਇਹਨਾਂ ਨੂੰ ਵੀ ਪੈਸੇ ਦੇ ਜਾਂਦਾ, ਉਹਨਾਂ ਨੂੰ ਵੀ ਦੇ ਜਾਣਾ। ਇਸ ਕਰਕੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਤੁਹਾਡਾ ਕੀ ਖਿਆਲ ਆ ਕਿ ਜਿਹੜਾ ਪੈਸਾ ਚਿੱਟੇ ਤੋਂ, ਜਿਹੜੇ ਡਰੱਗ ਇੰਨੇ ਵੱਡੇ ਪੱਧਰ ਤੇ ਪ੍ਰਕੋਪ ਬਣਿਆ ਆ, ਤੇ ਕਰੋਨਾ ਕਰਕੇ ਡਰੱਗ ਭੁੱਲ ਗਿਆ ਲੋਕਾਂ ਨੂੰ, ਉਹ ਨਵੀਂ ਮੁਸੀਬਤ ਪੈ ਗਈ ਤੇ ਪਹਿਲੀ ਛੋਟੀ ਲੱਗਣ ਲੱਗ ਗਈ ਆ। ਪਰ ਜੋ ਯੂਥ ਦੀ ਤਬਾਹੀ ਇੱਥੇ ਪੰਜਾਬ ਦੇ ਵਿੱਚ ਕੀਤੀ ਆ, ਉਹਦਾ ਪੈਸਾ ਕਿੱਥੇ ਜਾਂਦਾ? ਇਹਨਾਂ ਪੋਲੀਟੀਸ਼ੀਅਨਾਂ ਕੋਲ ਜਾਂਦਾ ਤੇ ਪੁਲਿਸ ਕੋਲ ਜਾਂਦਾ, ਥੋੜ੍ਹਾ ਬਹੁਤ ਬਿਊਰੋਕਰੇਸੀ ਕੋਲ ਜਾਂਦਾ। ਇਹ ਰਲ ਕੇ ਹੀ ਸਾਰਾ ਚਲਾ ਰਿਹਾ। ਹੁਣ ਇਹ ਚਾਹੁੰਦੇ ਆ ਕਿ ਸ਼ਰਾਬ ਦੀ ਬਿਲਕੁਲ ਓਪਨ ਬੰਦ ਹੋ ਜਾਏ, ਸਰਕਾਰ ਨੂੰ ਰੈਵਨਿਊ ਬੰਦ ਹੋ ਜਾਏ, ਤਾਂ ਕਿ ਜਿਹੜੇ ਬਾਕੀ ਦੇ ਥੱਲੇ ਆਪਣੇ ਠੱਗ ਟੋਲਾ ਆ ਉਹ ਬਚਾ ਕੇ ਉਹਨਾਂ ਦੇ ਹੋਰ ਚਿੱਟੇ ਦੇ ਨਾਲ ਇਹ ਨਵਾਂ ਕੰਮ ਸ਼ੁਰੂ ਹੋ ਜਾਏ, ਨਵੇਂ ਪੈਸੇ ਇਹਨਾਂ ਨੂੰ ਜੇਬਾਂ 'ਚ ਸਿੱਧੇ ਇਹਨਾਂ ਦੀਆਂ ਜੇਬਾਂ 'ਚ ਆਉਣੇ ਸ਼ੁਰੂ ਕਰ ਦੇਣ। ਜੇ ਇਸ ਵਾਕਿਆ ਹੀ ਸੰਜੀਦਾ ਆ, ਭਾਵੇਂ ਉਹ ਸ਼ਰਮਾ ਜੀ ਆ, ਭਾਵੇਂ ਮਜੀਠੀਆ ਆ, ਭਾਵੇਂ ਹੋਰ ਕੋਈ ਅਕਾਲੀ ਲੀਡਰ ਹੋਵੇ, ਕੋਈ ਵੀ ਹੋਵੇ, ਆਮ ਆਦਮੀ ਦੇ ਹੋਣ ਜਾਂ ਕਾਂਗਰਸ, ਜੇ ਸੰਜੀਦਾ ਆ, ਇੱਕ ਵੱਡੇ ਪੱਧਰ ਤੇ ਕੰਪੇਨ ਚਲਾਉਣ, ਪਿੰਡਾਂ 'ਚ ਇੱਕ ਵੀ ਠੇਕਾ ਨਾ ਖੋਲ੍ਹਣ। ਜਾ ਕੇ ਤੁਸੀਂ ਹਰ ਵਾਰੀ ਪੰਚਾਇਤਾਂ ਰੈਜ਼ੋਲੂਸ਼ਨ ਨਹੀਂ ਪਾਉਂਦੀਆਂ, ਸੈਂਕੜੇ ਪੰਚਾਇਤਾਂ ਆਉਂਦੀਆਂ ਕਿ ਸਾਡੇ ਪਿੰਡ 'ਚੋਂ ਠੇਕਾ ਚੁਕਾਓ। ਇਹ ਪਿੰਡ 'ਚ ਠੇਕਾ ਕਿਉਂ ਖੋਲ੍ਹਦੇ? ਠੇਕੇਦਾਰ ਗਾਂ ਸਬਲੇਟਿੰਗ ਕਰ ਦਿੰਦਾ, ਛੋਟੀਆਂ ਦੁਕਾਨਾਂ ਖੋਲ੍ਹ ਦਿੰਦਾ ਆਪਣੇ ਤੌਰ ਤੇ, ਇਹਨਾਂ ਦੀਆਂ ਅੱਖਾਂ ਸਾਹਮਣੇ ਹੁੰਦਾ, ਪੈਸੇ ਦੇ ਕੇ ਹੁੰਦਾ। ਇਹ ਕੰਮ ਸਾਰਾ ਬੰਦ ਹੋਵੇ। ਜੇ ਸਰਕਾਰ ਸੰਜੀਦਾ ਆ, ਪੰਜਾਬ ਨੂੰ ਹੈਲਦੀ ਦੇਖਣਾ, ਪੰਜਾਬੀਆਂ ਨੂੰ ਰਿਸ਼ਟ ਪੁਸ਼ਟ ਦੇਖਣਾ ਚਾਹੁੰਦਾ, ਔਰ ਕਰੋਨਾ ਦਾ ਮੁਕਾਬਲਾ ਕਰਨ ਦੇ ਲਈ ਉਹਨੇ ਬਹਾਦਰ ਤੇ ਤਕੜੇ ਰਿਸ਼ਟ ਪੁਸ਼ਟ ਬਣਾਉਣੇ ਆ, ਤਾਂ ਫਿਰ ਦੂਸਰਾ ਨਸ਼ਾ ਵੀ ਔਰ ਸ਼ਰਾਬ ਨੂੰ ਨਸ਼ਾ ਡਿਕਲੇਅਰ ਕਰਕੇ ਇਸ ਦਾ ਇੱਕ ਲੰਬੇ ਦੌਰ 'ਚ 5-4 ਸਾਲ ਦੇ ਵਿੱਚ ਬਿਲਕੁਲ ਹੌਲੀ ਇਹਨੂੰ ਘਟਾਉਣਾ ਚਾਹੀਦਾ। ਫੈਕਟਰੀ ਦੀ ਗੱਲ ਕਰ ਲਈ, ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਹੁਣ ਫੈਕਟਰੀਆਂ ਨੂੰ ਖੋਲ੍ਹਣ ਬਾਰੇ ਸ਼ਰਤਾਂ ਰੱਖੀਆਂ ਨੇ ਫੈਕਟਰੀ ਮਾਲਕਾਂ ਅੱਗੇ, ਉਹਨਾਂ ਨੇ ਮਨਾ ਕਰਤਾ ਵੀ ਅਸੀਂ ਪੰਜਾਬ ਸਰਕਾਰ ਦੀਆਂ ਸ਼ਰਤਾਂ ਦੇ ਉੱਤੇ ਫੈਕਟਰੀਆਂ ਨਹੀਂ ਖੋਲਾਂਗੇ। ਉਹ ਸੈਨੀਟਾਈਜ਼ਰ ਜਾਂ ਗਲਵਜ਼ ਵਗੈਰਾ ਚੀਜ਼ਾਂ ਜਾਂ ਮਾਸਕ ਪ੍ਰੋਵਾਈਡ ਕਰਵਾ ਸਕਦੇ ਨੇ। ਜਿਵੇਂ ਬੀਮਾ ਦੀ ਗੱਲ ਕੀਤੀ ਜਾ ਰਹੀ ਹੈ, ਉਹ ਕਹਿੰਦੇ ਅਸੀਂ ਬੀਮਾ ਨਹੀਂ ਕਰਵਾ ਸਕਦੇ, ਔਰ ਲੱਖਾਂ ਹੀ ਮਜ਼ਦੂਰ ਜਿਹੜੇ ਨੇ, ਪ੍ਰਵਾਸੀ ਮਜ਼ਦੂਰ ਵਾਪਸ ਬਿਹਾਰ ਜਾਂ UP ਪਰਤ ਰਹੇ ਨੇ। ਫਿਰ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਇਹ ਸਰਕਾਰ
ਇਹ ਕਰਵਾਉਣਾ ਫੈਕਟਰੀ ਖਲਵਾਉਣਾ ਚਾਹੁੰਦੀ ਹੈ, ਤੁਹਾਨੂੰ ਲੱਗਦਾ ਫਿਰ ਜਦੋਂ ਮਜ਼ਦੂਰ ਹੀ ਨਹੀਂ ਦੇਗਾ ਫੈਕਟਰੀ 'ਚ ਕੰਮ ਕੌਣ ਕਰੂਗਾ? ਇੱਥੇ ਵੀ ਅਰਥ ਵਿਵਸਥਾ ਦੇ ਬਾਰੇ ਸਰਕਾਰ ਨੂੰ ਸੋਚਣਾ ਪੈਣਾ। ਸ਼ਰਾਬ ਬਾਰੇ ਸੋਚਦੇ ਫਿਰ ਫੈਕਟਰੀ ਬਾਰੇ ਕਿਉਂ ਨਹੀਂ ਸੋਚਦੀ? ਵਿਜੇ, ਫੈਕਟਰੀਆਂ ਪਹਿਲਾਂ ਇੱਕੋ ਜਿਹੀਆਂ ਨਹੀਂ ਹੈ, ਉਹਦੇ 'ਚ ਬਹੁਤ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪੰਜਾਬ ਦੇ ਵਿੱਚ ਵੀ ਹੈਗੇ ਆ। ਇਹਦੇ 'ਚ ਦੇਖੋ ਸਾਈਕਲ ਇੰਡਸਟਰੀ ਆ, ਇੰਜੀਨੀਅਰਿੰਗ ਇੰਡਸਟਰੀ ਆ, ਟੈਕਸਟਾਈਲ ਇੰਡਸਟਰੀ ਆ, ਬੜੀਆਂ ਵੱਡੀਆਂ ਮਿੱਲਾਂ ਵਾਲੇ ਵੀ ਹੈਗੇ। ਹੁਣ ਜੇ ਉਹਨਾਂ ਨੇ ਪੈਸੇ ਕਮਾਏ ਆ ਤੇ ਉਹ ਜੇ ਮਾੜਾ ਮੋਟਾ ਹਿੱਸਾ ਪੱਤੀ ਦਸਵੰਧ ਕੱਢ ਲੈਣਗੇ ਵਰਕਰ ਦਾ ਤੇ ਕੋਈ ਏਡੀ ਮਾੜੀ ਗੱਲ ਨਹੀਂ। ਪਰ ਜਿਹੜੀ ਵੱਡੀ ਗਿਣਤੀ ਦੇ ਵਿੱਚ ਸਾਡੇ ਵਰਕਰ ਆ 90%, ਉਹ ਛੋਟੇ ਜਿਨ੍ਹਾਂ ਨੂੰ ਮੀਡੀਅਮ ਸਮਾਲ ਮਾਈਕਰੋ ਐਂਟਰਪ੍ਰਾਈਜ਼ MSME ਕਹਿੰਦੇ ਆ, ਉਹ ਬੜੇ ਛੋਟੇ ਹੈਗੇ ਆ। ਜੇ ਉਹਨਾਂ ਨੂੰ ਤੁਸੀਂ ਬਚਾਉਣਾ ਤੇ ਉਹਦੇ ਕਈਆਂ ਕੋਲ 2 ਵਰਕਰ ਆ, ਕਿਸੇ ਕੋਲ 10 ਵਰਕਰ ਆ, ਕਿਸੇ ਕੋਲ 5 ਵਰਕਰ ਆ, ਬਹੁਤ ਥੋੜੇ ਵਰਕਰ ਹੈਗੇ ਆ ਵਿਜੇ ਜੀ। ਇਸ ਕਰਕੇ ਉਹਨਾਂ ਦਾ ਬਿਲਕੁਲ ਮੈਂ ਕਾਫੀਆ ਜਿਹੜਾ ਥੋੜਾ ਤੰਗ ਹੋ ਸਕਦਾ ਤੇ ਇਹ ਜ਼ਰੂਰੀ ਹੈਗਾ ਕਿ ਉੱਥੇ ਸਰਕਾਰ ਨੂੰ ਜੇ ਕੋਈ ਬੀਮੇ ਦੀ ਗੱਲ ਆ ਜਾਂ ਕੋਈ ਹੋਰ ਸਿਹਤ ਸਹੂਲਤ ਦੀ ਗੱਲ ਹੈਗੀ ਆ ਤਾਂ ਉਹਨਾਂ ਦੀ ਪਿੱਠ ਦੇ ਪਿੱਛੇ ਜ਼ਰੂਰ ਖੜੇ ਹੋਣਾ ਚਾਹੀਦਾ, ਕਿਉਂਕਿ ਉਹਨਾਂ ਕੋਲ ਮਾਰਜਨ ਹੀ ਨਹੀਂ। ਉਹ ਤੇ ਇੱਕ ਕਿਸਮ ਦੇ ਸੈਲਫ ਇੰਪਲਾਇਡ ਵਰਕਰ, ਖੁਦ ਵਰਕਰ ਆ, ਉਹਨਾਂ ਦਾ ਸਟੇਟਸ ਵਰਕਰ ਵਰਗਾ ਹੀ ਆ। ਉਹ ਆਪ ਕਮਾਉਂਦੇ ਆ, ਆਪਣਾ ਪਰਿਵਾਰ ਨਾਲ ਲਾਉਂਦੇ ਆ। ਜਿਵੇਂ ਫੁੱਟਬਾਲ ਇੰਡਸਟਰੀ ਆ, ਸਪੋਰਟਸ ਇੰਡਸਟਰੀ ਆ, ਹੋਰ ਬਹੁਤ ਛੋਟੀਆਂ ਇੰਡਸਟਰੀਆਂ ਘਰੋਂ ਘਰੀ ਚੱਲੇ ਹੋਏ ਆ ਤੇ ਨਾਲ ਉਹ ਕਿਸੇ 1-2 ਨੂੰ ਹੋਰ ਹੈਲਪਰ ਨੂੰ ਨਾਲ ਮਦਦ ਕਰ ਦਿੰਦੇ। ਉਹਨਾਂ ਦੇ ਕੋਲ ਇੰਨਾ ਮਾਰਜਨ ਨਹੀਂ ਹੁੰਦਾ ਕਿ ਉਹਦੇ ਆਪਣਾ ਹੀ ਟੱਬਰ ਸਾਂਭ ਲੈਣ ਤੇ ਇੰਨਾ ਹੀ ਬਹੁਤ ਆ। ਇਸ ਕਰਕੇ ਇਹ ਉਹਨਾਂ ਦੀ ਜਿਹੜੇ ਛੋਟੇ ਤੇ ਮਾਈਕਰੋ ਤੇ ਮੀਡੀਅਮ ਵਾਲੇ ਆ, ਉਹਨਾਂ ਦੀ ਇਹ ਜਿਹੜੀ ਬਿਲਕੁਲ ਠੀਕ ਆ। ਪਰ ਅਜੇ ਤੱਕ ਸਰਕਾਰ ਜਿਹੜੀ ਆ ਉਧਰ ਨੂੰ ਧਿਆਨ ਨਹੀਂ ਦਿੱਤਾ। ਉਹ 4 ਲੱਖ ਕਰੋੜ ਰੁਪਈਆ ਖਰਚਣ ਦੀ ਗੱਲ ਕਰ ਰਹੀ ਸੀਗੀ ਸਰਕਾਰ, ਜਿਸ 'ਚੋਂ 3 ਲੱਖ ਕਰੋੜ ਉਹਨਾਂ ਨੇ ਕਾਰਪੋਰੇਟਾਂ ਨੂੰ ਦੇਣ ਦੀ ਗੱਲ ਕਰ ਰਹੀ ਸੀ ਤੇ 1 ਲੱਖ ਕਰੋੜ ਥੱਲੇ ਜਿਹੜੇ ਆ ਆਮ ਜਨਤਾ ਜਨਾਰਦਨ ਉਹਨਾਂ 'ਚ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸੀ। ਇਸ ਅਪਰੋਚ ਦੇ ਨਾਲ ਇਕਨੋਮੀ ਦੇ ਵਿੱਚ ਬਿਲਕੁਲ ਗਰਮੈਸ਼ ਨਹੀਂ ਆਊਗੀ। ਇੱਕ ਸਾਰਾ ਵੱਡਾ ਸਵਾਲ ਜਿਹੜਾ ਹੈਗਾ, ਹੁਣ ਸਿਆਸਤਦਾਨ ਵੀ ਪੁੱਛਦੇ ਨੇ, ਸਮਾਜ ਸੇਵੀ ਲੋਕ ਵੀ ਪੁੱਛਦੇ ਨੇ ਕਿ ਜਿਹੜੇ ਪੈਸੇ ਇਕੱਠੇ ਹੋ ਰਹੇ ਨੇ, ਚਾਹੇ CM ਫੰਡ ਦੀ ਗੱਲ ਕਰ ਲਈ, ਚਾਹੇ PM ਫੰਡ ਦੀ, ਉਹ ਪੈਸਾ ਲੱਗ ਕਿੱਥੇ ਰਿਹਾ? ਕਿਉਂਕਿ ਕਾਫੀ ਲੋਕਾਂ ਨੇ ਪੈਸੇ ਡੋਨੇਟ ਕੀਤੇ ਨੇ, ਕਾਫੀ ਹੁਣ ਉਹਨਾਂ ਕੋਲ ਪੈਸੇ ਇਕੱਠੇ ਹੋਏ ਨੇ। ਉਹ ਪੈਸਾ ਸਰਕਾਰ ਜਨਤਕ ਕਿਉਂ ਨਹੀਂ ਕਰ ਰਹੀ ਵੀ ਕਿੱਥੇ ਲੱਗੇ ਨੇ, ਕਿੰਨੇ ਪੈਸੇ ਆਏ ਨੇ, ਕਿੰਨੇ ਹੋਰ ਚਾਹੀਦੇ ਨੇ? ਹੋ ਸਕਦਾ ਕਿ ਹੋਰ ਲੋਕੀ ਡੋਨੇਟ ਕਰਨ ਪੈਸੇ, ਤੇ ਤੁਹਾਨੂੰ ਲੱਗਦਾ ਸਰਕਾਰ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਓਹਲਾ ਰੱਖਦੀ ਹੈ? CM ਫੰਡ ਦਾ ਤੇ ਮੇਰਾ ਖਿਆਲ ਹੈ ਕਿ ਜਿਹੜਾ ਪਹਿਲਾ ਹੀ ਕੋਈ ਅਕਾਊਂਟ ਆ ਉਹਦੇ 'ਚ, ਪਰ ਇੱਕ ਉਹਦੇ 'ਚ ਅਫਸੋਸ ਵਾਲੀ ਗੱਲ ਜੇ ਹੈ ਕਿ HDFC ਦੇ ਵਿੱਚ CM ਅਕਾਊਂਟ ਕੀ ਖੋਲ੍ਹਣ ਦੀ ਲੋੜ ਸੀਗੀ? ਆਪਣਾ ਪਬਲਿਕ ਸੈਕਟਰ 'ਚ ਖੋਲ੍ਹਣ, ਸਾਰਿਆਂ ਨੂੰ ਕਿਸੇ ਨੂੰ ਕੋਈ ਲੋੜ ਹੋਵੇ ਤੇ ਕੱਲ੍ਹ ਨੂੰ ਉਹ ਤੁਸੀਂ RTI ਪਾ ਕੇ ਉਹਦੇ 'ਚੋਂ ਪਤਾ ਵੀ ਲੈ ਲੇ, ਸਾਰਾ ਕੁਝ ਪਤਾ ਲੱਗ ਸਕਦਾ ਹੁੰਦਾ। ਤੇ ਇਹਨਾਂ ਨੇ ਉਹ ਜਿਹੜਾ ਫੰਡ ਆ ਉਹਨੂੰ ਪ੍ਰਾਈਵੇਟ ਬੈਂਕ ਦੇ ਵਿੱਚ ਪਤਾ ਨਹੀਂ ਇੰਟਰਸਟ ਜ਼ਿਆਦਾ ਮਿਲਦਾ ਹੋਣਾ, ਰੱਬ ਜਾਣੇ ਕੀ ਅੰਗਲੀ ਸੰਗਲੀ ਹੈਗੀ, ਪਰ ਉਹਨਾਂ ਨੇ ਇੰਜ ਕੀਤਾ ਹੈਗਾ। ਇਹ ਹੋਰਨਾਂ ਵੀ ਕਈਆਂ ਚੀਫ ਮਿਨਿਸਟਰਾਂ ਨੇ 5-6 ਸਟੇਟਾਂ ਨੇ ਕੀਤਾ, ਇਹ ਮਾੜੀ ਗੱਲ ਆ। ਪਰ ਜਿੱਥੋਂ ਤੱਕ ਗੱਲ ਆ PM ਕੇਅਰਸ ਫੰਡ ਇਹਨਾਂ ਨੇ ਬਣਾਇਆ, ਉਹ 'ਚ 4 ਮਿਨਿਸਟਰ ਆ, ਖੁਦ ਪ੍ਰਧਾਨ ਮੰਤਰੀ ਉਹਦਾ ਚੇਅਰਮੈਨ ਆ। ਪਹਿਲਾਂ ਨੈਸ਼ਨਲ ਰਿਲੀਫ ਫੰਡ ਹੁੰਦਾ ਸੀਗਾ ਜਿਹੜਾ ਜਨਵਰੀ 1948 'ਚ ਨਹਿਰੂ ਨੇ ਬਣਾਇਆ ਸੀਗਾ, ਜਿਹੜੇ ਰਿਫਿਊਜੀ ਪਾਕਿਸਤਾਨ ਤੋਂ ਆਏ ਉਹਨਾਂ ਦੀ ਰੀਹੈਬਿਲਿਟੇਸ਼ਨ, ਮੁੜ ਵਸੇਬਾ ਕਰਨ ਲਈ ਉਹ ਵੱਡਾ ਫੰਡ ਸੀਗਾ। ਉਹ ਸਾਡੇ ਕੋਲ ਅਕਾਊਂਟ ਹੈਗਾ, ਉਹਦੇ ਵਿੱਚ ਨੈਸ਼ਨਲ ਡਿਜ਼ਾਸਟਰ ਫੰਡ ਵੀ ਹੈਗਾ। ਇਹੋ ਜਿਹੇ ਅਕਾਊਂਟ ਸਾਡੇ ਕੋਲ ਹੈਗੇ ਆ। ਤੜਾ ਕਰਕੇ ਇੱਕ ਨਵਾਂ ਖੋਲ੍ਹ ਦਿੱਤਾ, ਉਹਦੇ 'ਚ ਕਿਸੇ ਨੂੰ ਕੋਈ ਨਹੀਂ ਪਤਾ। 4 ਬੰਦੇ ਉਹਦੇ ਟਰਸਟੀ ਹੈਗੇ ਆ, 7 ਬੰਦਿਆਂ ਤੋਂ ਬਗੈਰ ਸੁਸਾਇਟੀ ਨਹੀਂ ਖੋਲ੍ਹ ਸਕਦੀ। 3 ਅਜੇ ਹੋਰ ਲੈਣੇ ਆ, ਕਦੋਂ ਲੈਣੇ ਕਦੋਂ ਨਹੀਂ ਲੈਣੇ। ਵੱਡੇ ਪੱਧਰ 'ਤੇ ਫੰਡ ਉਹਦੇ 'ਚ ਆ ਵੀ ਚੁੱਕਾ ਆ, ਕਈ ਹਜ਼ਾਰ ਕਰੋੜ, 6-7 ਹਜ਼ਾਰ ਕਰੋੜ ਤੇ ਪਹਿਲਾਂ ਹੀ ਉਹਦਾ ਸੀਗਾ, ਹੁਣ ਉਹਦੇ 'ਚ ਹੋਰ ਕਾਫੀ ਫੰਡ ਆਇਆ ਹੋਊਗਾ। ਇਸ ਕਰਕੇ ਉਹਦੇ 4 ਟਰਸਟੀ ਹੈਗੇ, ਫਾਈਨੈਂਸ ਮਿਨਿਸਟਰ, ਡਿਫੈਂਸ ਮਿਨਿਸਟਰ ਹੈਗਾ ਆ, ਇੱਕ ਪ੍ਰਾਈਮ ਮਿਨਿਸਟਰ ਹੈ ਤੇ ਇੱਕ ਮਿਨਿਸਟਰ ਕੋਈ ਹੋਰ ਹੈਗੇ। ਇਹ 4 ਮਿਨਿਸਟਰ ਉਹਨਾਂ ਦੇ ਆਪਣੇ ਆਪ ਆਪਣੇ ਹੀ, ਜਿਹੜੇ ਬੰਦੇ ਖੁਦ ਸਰਕਾਰ ਆ ਉਹ ਟਰਸਟੀ, ਉਹਨਾਂ ਨੂੰ ਕਿਸ ਤਰ੍ਹਾਂ ਟਰਸਟੀ ਤੁਸੀਂ ਉਹ ਹੋਣੇ ਚਾਹੀਦੇ ਆ ਜਿਹੜੇ ਬੰਦੇ ਇੰਡੀਪੈਂਡੈਂਟ ਆਫ ਗਵਰਨਮੈਂਟ ਹੋਣ, ਤਾਂ ਕਿ ਉਹ ਵਾਕਿਆ ਹੀ ਸੇਵਾ ਲਈ ਇਸ ਫੰਡ ਨੂੰ ਸੇਵਾ ਲਈ ਆਵੇ, ਸੇਵਾ ਦੇ ਕੰਮ ਹੀ ਜਾਵੇ। ਇਹ ਤਾਂ ਖੁਦ ਸਰਕਾਰ ਹੈ, ਇਹਨਾਂ ਕੋਲ ਤਾਂ ਹੋਰ ਬੜੇ ਜ਼ਰੀਏ ਹੈਗੇ ਆ। ਇਸ ਕਰਕੇ ਮੈਨੂੰ ਨਹੀਂ ਪਤਾ ਜਿੰਨਾ ਵੱਡਾ ਫੰਡ ਆ, ਕੋਈ ਨੈੱਟ 'ਤੇ ਨਹੀਂ, ਕਈਆਂ ਬੰਦਿਆਂ ਨੇ ਫੰਡ ਦਿੱਤਾ। ਮੈਨੂੰ ਫੋਨ ਕਰਦੇ ਆ, ਮੈਨੂੰ ਕੱਲ੍ਹ ਇੱਕ CA ਦਾ ਹੀ ਫੋਨ ਆਇਆ ਸੀ, ਪ੍ਰੈਸ ਸਾਹਿਬ ਮੈਂ ਵੀ 5000 ਭੇਜਿਆ, ਕੋਈ ਮੈਂ ਰੋਜ਼ ਨੈੱਟ ਖੋਲ੍ਹ ਕੇ ਦੇਖਦਾ, ਮੈਨੂੰ ਕਿਤੇ ਨਹੀਂ ਕੋਈ ਉਹਦਾ ਅਕਾਊਂਟ ਦਿਖਦਾ, ਕੋਈ ਟਰਾਂਸਪੇਰੈਂਸੀ ਨਹੀਂ, ਕਿੱਥੇ ਖਰਚਣਾ, ਕਿਉਂ ਖਰਚਣਾ, ਕਿੰਨਾ ਫੰਡ ਆ ਗਿਆ, ਕਿਹਦਾ ਆ ਗਿਆ, ਕਿੰਨੇ ਲੋਕਾਂ ਨੇ ਦਿੱਤਾ, ਕਿਉਂ ਨਹੀਂ ਪਾਇਆ ਜਾਂਦਾ? ਤੁਸੀਂ ਇਸ ਤਰ੍ਹਾਂ ਇਹ ਤੇ ਜਿਹੜਾ ਵਿੱਚੇ ਕਾਲੇ ਮਾਲੇ ਵਾਲੀ ਗੱਲ ਆ, ਇਹਦੇ ਨਾਲ ਤੁਸੀਂ ਗਾਂਹ ਤੋਂ ਵੀ ਆਪਣਾ ਅਕਸ਼ ਜਿਹੜਾ ਪ੍ਰਾਈਮ ਮਿਨਿਸਟਰ ਖਰਾਬ ਕਰਨਗੇ। ਉਹਨਾਂ ਨੇ ਜ਼ਰੂਰ ਇੱਕ ਵਾਰੀ ਭਰੋਸਾ ਕਰਕੇ ਵੱਡੇ ਪੱਧਰ 'ਤੇ ਫੰਡ ਦਿੱਤਾ ਆ। ਹੁਣ ਉਹਨਾਂ ਨੂੰ ਇਹ ਦੱਸਣਾ ਚਾਹੀਦਾ, ਕੌਮ ਨੂੰ ਦੱਸਣਾ, ਨੇਸ਼ਨ ਨੂੰ ਦੱਸਣਾ ਚਾਹੀਦਾ ਸਾਰੇ, ਕਿ ਕਿੰਨਾ ਫੰਡ ਇਹਦੇ 'ਚ ਸੂਬਿਆਂ ਕੋਲ ਜਾਊਗਾ, ਕਿੰਨਾ ਜਿਹੜਾ ਹੋਰਨਾਂ ਕੰਮਾਂ ਲਈ ਵਰਤਿਆ ਜਾਊਗਾ, ਡਾਕਟਰਾਂ ਲਈ, ਕਿੱਟਾਂ ਲਈ, ਦਵਾਈਆਂ ਲਈ, ਖਾਦੇ ਲਈ, ਕਿਸ ਤਰ੍ਹਾਂ, ਇਹ ਸਾਰਾ ਸਾਹਮਣੇ ਆਉਣਾ ਚਾਹੀਦਾ। ਜਿਵੇਂ ਹੁਣ ਆਪਾਂ ਫੰਡ ਦੀ ਗੱਲ ਕੀਤੀ ਹੈ, ਹੁਣ ਜਿਸ ਤਰੀਕੇ ਨਾਲ ਭਾਰਤ ਸਰਕਾਰ ਹੈਗੀ ਹੈ, ਜੋ ਆਪਾਂ ਹੁਣ ਪਲੇਨ ਭੇਜਦੇ ਨੇ ਬਾਹਰ, ਉਹਨਾਂ ਨੇ ਕਹਿ ਦਿੰਦੇ ਕਿ ਜਿਹੜੀ ਟਿਕਟਾਂ ਹੈਗੀਆਂ ਨੇ ਉਹ ਲੋਕੀ ਆਪ ਕਰਾਉਣ। ਚਾਹੇ ਟ੍ਰੇਨ ਦੀ ਗੱਲ ਕਰ ਲਈਏ, ਟ੍ਰੇਨ ਹੁਣ ਅਲੱਗ-ਅਲੱਗ ਸਟੇਟਾਂ ਵਿੱਚ ਭੇਜੀ ਜਾ ਰਹੀ ਹੈ ਕਿ ਮਜ਼ਦੂਰ ਜਿਹੜੇ ਨੇ ਆਪਣੇ ਘਰ ਵਿੱਚ ਚਲੇ ਜਾਣ। ਫਿਰ ਤੁਹਾਨੂੰ ਲੱਗਦਾ ਵੀ ਜਿਸ ਤਰੀਕੇ ਨਾਲ ਪੈਸੇ ਲੈ ਰਹੀ ਹੈ ਸਰਕਾਰ, ਇਹ ਸਹੀ ਹੈ?
ਨਹੀਂ ਦੇਖੋ ਇਹ ਤਾਂ ਬੜੀ ਹੈਰਾਨੀ ਦੀ ਗੱਲ ਆ ਕਿ ਰੇਲਵੇ ਮਿਨਿਸਟਰੀ ਨੇ 150 ਕਰੋੜ ਰੁਪਈਆ ਪ੍ਰਧਾਨ ਮੰਤਰੀ ਦੇ ਉਸ ਕੋਸ਼ ਵਿੱਚ PM ਕੇਅਰਸ ਦੇ ਵਿੱਚ ਪਾਤਾ, ਜਿਹੜਾ ਫੰਡ ਮੰਗਿਆ ਪ੍ਰਧਾਨ ਮੰਤਰੀ ਨੇ, ਔਰ ਉਹ ਫੰਡ ਜਿਹੜਾ ਹੈ ਲੋਕਾਂ ਦੀ ਬਾਂਹ ਮਰੋੜ ਕੇ ਲਿਆ ਜਾ ਰਿਹਾ। ਕਿਸੇ ਦੀ ਮਹੀਨੇ ਦੀ ਸੈਲਰੀ, ਗਵਰਨਰਾਂ ਦੀ ਮਹੀਨੇ ਦੀ ਸੈਲਰੀ, ਜਿਹੜੇ MP ਆ ਉਹਨਾਂ ਦੀ ਪਤਾ ਨਹੀਂ 30% ਸੈਲਰੀ ਕੱਟਦੀ ਆ, ਰੈਵਨਿਊ ਡਿਪਾਰਟਮੈਂਟ ਦੀ ਕਹਿੰਦੇ ਅਸੀਂ ਪੂਰਾ ਸਾਲ ਹੀ ਸੈਲਰੀ ਕੱਟਦੇ ਰਹਿਣਾ। ਮਤਲਬ ਜਿਹਨੇ ਨਹੀਂ ਕੱਟਣਾ ਉਹ ਸਾਨੂੰ ਦੱਸੇ ਕਿ ਮੈਂ ਨਹੀਂ ਦੇਣਾ, ਦਬਕਾ ਮਾਰਿਆ ਉਹਨਾਂ ਨੂੰ ਸਰਕੂਲਰ ਦੇ ਵਿੱਚ ਬਕਾਇਦਾ। ਇਹ ਡੋਨੇਸ਼ਨ ਨਹੀਂ ਹੈ, ਇਹ ਤਾਂ ਦਾਦਾਗਿਰੀ ਆ ਕਿ ਜਾਂ ਤਾਂ ਤੁਸੀਂ ਫੰਡ ਦਿਓ, ਨਹੀਂ ਤਾਂ ਫਿਰ ਤੁਹਾਨੂੰ ਦੇਖਾਂਗੇ। ਇਸ ਕਰਕੇ ਇਸ ਕਿਸਮ ਨਾਲ ਜਿਹੜਾ ਕੋਰਸ ਕਰਕੇ ਬੜੀ ਹੈਰਾਨੀ ਦੀ ਗੱਲ ਹੈ ਵਿਜੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਸਾਰੀਆਂ ਸਰਕਾਰਾਂ, ਸਾਰੇ ਪ੍ਰਧਾਨ ਮੰਤਰੀ ਲੋਕਾਂ ਨੂੰ ਪੈਸੇ ਦੇ ਰਹੇ ਆ, ਅਮਰੀਕਾ ਤੋਂ ਲੈ ਕੇ ਥੱਲੇ ਤੱਕ। ਔਰ ਸਾਡਾ ਇੱਕ ਦੇਸ਼ ਹੈ, ਜਿੱਦਣ ਹੀ ਇਹ ਕਰੋਨਾ ਵਾਇਰਸ ਦਾ ਹੋਇਆ ਉਦੋਂ ਤੋਂ ਪੈਸੇ ਮੰਗਣੇ ਸ਼ੁਰੂ ਕਰਤੇ, ਚੀਫ ਮਿਨਿਸਟਰ ਨੇ ਵੀ ਮੰਗਣੇ ਸ਼ੁਰੂ ਕਰਤੇ, ਪ੍ਰਧਾਨ ਮੰਤਰੀ ਨੇ ਵੀ ਮੰਗਣੇ ਸ਼ੁਰੂ ਕਰਤੇ, ਔਰ ਉਹਦੇ ਬਾਅਦ ਮੰਗ ਕੇ ਵਰਤਣੇ ਕਿਤੇ ਦੇਣੇ ਕਿਤੇ ਉਹਦੀ ਕੋਈ ਗੱਲ ਹੀ ਨਹੀਂ ਹੋ ਰਹੀ। ਇਸ ਕਰਕੇ ਇੱਕ ਤਰਾਸਦੀ ਦੀ ਗੱਲ ਨਹੀਂ ਹੈ, ਬੇਸ਼ਰਮੀ ਦੀ ਗੱਲ ਨਹੀਂ ਹੈਗੀ ਕਿ ਲੋਕਾਂ ਨੂੰ ਤਾਂ ਰੋਟੀ ਨਹੀਂ ਮਿਲ ਰਹੀ। ਵਰਕਰ ਤੁਹਾਡਾ ਮਜ਼ਦੂਰ ਆ, ਹੁਣ ਗੱਡੀਆਂ ਇਹਨਾਂ ਨੇ ਦੇਣੀਆਂ ਸ਼ੁਰੂ ਕੀਤੀਆਂ, 1,000 ਕਿਲੋਮੀਟਰ ਚੱਲ ਗਿਆ। ਸਾਡੇ 3 ਮੋਗੇ 'ਚ ਨੌਜਵਾਨ ਆਏ, ਇੱਕ 50 ਸਾਲ ਦਾ, ਇੱਕ 32 ਸਾਲ ਦਾ ਤੇ ਇੱਕ ਸ਼ਾਇਦ 22 ਸਾਲ ਦਾ, 20 ਸਾਲ ਦਾ, ਕਿੱਥੋਂ ਮੱਧ ਪ੍ਰਦੇਸ਼ ਤੋਂ ਸਾਈਕਲ ਚਲਾ ਕੇ ਮੋਗੇ ਤੱਕ ਆਏ ਆ। ਕਿ ਸ਼ਰਮ ਦੀ ਗੱਲ ਨਹੀਂ, ਡੁੱਬ ਕੇ ਨਹੀਂ ਮਰਨਾ ਚਾਹੀਦਾ। ਮੈਂ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰਾਂਗਾ, ਜਿਸ ਤਰੀਕੇ ਉਹਨਾਂ ਕੋਲ ਬਿੱਲ ਨਹੀਂ ਲਏ ਗਏ ਸੀ, ਕਿਉਂਕਿ 25 ਤਰੀਕ ਨੂੰ ਬਿੱਲ ਲਏ ਜਾਂਦੇ ਨੇ, ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਬਿੱਲ ਨਹੀਂ ਲਏ ਜਾਂਦੇ, ਤਾਂ ਇਹ ਵੀ ਉਹਨਾਂ ਨੂੰ ਖਬਰਾਂ ਪਹੁੰਚਦੀ ਰਹੀਆਂ ਕਿ ਜਿਹੜੀ ਸਰਕਾਰ ਹੈਗੀ ਆ ਕੁਝ % ਜਿਹੜਾ ਹਿੱਸਾ ਹੈ ABCD ਕੈਟਾਗਰੀ ਹੁੰਦੀ ਹੈ ਉਸ ਵਿੱਚੋਂ ਕੱਟਿਆ ਜਾਏਗਾ। ਫਿਰ ਤੁਹਾਨੂੰ ਲੱਗਦਾ ਜੇ ਸਰਕਾਰ ਕੋਲ ਇੰਨਾ ਫੰਡ ਇਕੱਠਾ ਹੋ ਗਿਆ, ਫਿਰ ਸਰਕਾਰੀ ਮੁਲਾਜ਼ਮਾਂ ਦੇ ਪੈਸੇ ਕਿਉਂ ਕੱਟ ਰਹੀ ਹੈ? ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦੇਣਾ ਚਾਹੀਦਾ, ਆਪਣੀ ਮਰਜ਼ੀ ਨਾਲ ਜਿਸ ਨੇ ਜਿੰਨੀ ਸੈਲਰੀ ਕਟਾਣੀ ਹੈ ਕਟਾ ਲਵੇ? ਨਹੀਂ, ਹੁਣ ਇਹ ਲੈ ਕੇ ਕੌਣ ਆਏ? ਇਹ ਕਰੋਨਾ ਦਾ ਹੀ ਸਾਰਾ ਰੌਲਾ ਹੈ ਨਾ। ਲੈ ਕੇ ਤੇ ਜਹਾਜ਼ਾਂ ਵਾਲੇ ਹੀ ਆਏ ਆ ਸਾਰੇ ਬਾਹਰੋਂ, ਜਿਹੜੇ ਜਹਾਜ਼ਾਂ 'ਤੇ ਚੜ੍ਹਦੇ ਸੀ। ਮਰ ਕੌਣ ਰਿਹਾ? ਜਨ ਸਧਾਰਨ, ਆਮ ਐਮਪਲਾਈ ਮਰ ਰਹੇ ਆ, ਆਮ ਵਰਕਰ ਇੱਥੇ ਮਰ ਰਹੇ ਆ। ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦੀਆਂ ਤੁਸੀਂ ਜੇਬਾਂ ਕਿਉਂ ਕੱਟਣੀਆਂ ਸ਼ੁਰੂ ਕਰਤੀਆਂ? ਕਲਾਸ 3 ਕਲਾਸ 4 ਐਮਪਲਾਈ ਦੀਆਂ ਜਾਂ ਹੋਰ ਵਰਕਰਾਂ ਨੂੰ ਤੁਸੀਂ ਕੰਮ ਤੋਂ ਕੱਢ ਕੇ ਰੱਖਤਾ, ਘਰ ਬਿਠਾਤਾ, ਦਿੱਤਾ ਕੁਝ ਨਹੀਂ, ਉਹ ਵਿਚਾਰੇ ਪੈਦਲ ਭੱਜ ਰਹੇ ਆ। ਇਸ ਕਰਕੇ ਮੇਰਾ ਇਹ ਕਹਿਣਾ ਹੈ ਕਿ ਜਿਹੜਾ ਪੈਸਾ ਆਇਆ ਆ ਉਹਦੀ ਬਿਲਕੁਲ ਪਲੈਨਿੰਗ ਦੱਸਣੀ ਚਾਹੀਦੀ ਆ। ਇੰਨਾ ਪੈਸਾ ਅਸੀਂ ਡਾਕਟਰਾਂ 'ਤੇ ਖਰਚਾਂਗੇ, ਇੰਨਾ ਪੈਸਾ ਦਵਾਈਆਂ 'ਤੇ ਖਰਚਾਂਗੇ। ਮੈਨੂੰ ਇਹ ਸ਼ੱਕ ਲੱਗਦਾ ਇਹ ਜ਼ਿਆਦਾ ਪੈਸਾ ਕਾਰਪੋਰੇਟ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਜ਼ ਹੋਣਗੀਆਂ, ਪ੍ਰਧਾਨ ਮੰਤਰੀ ਵਾਲਾ ਪੈਸਾ ਉੱਧਰ ਨੂੰ ਚਲੇ ਜਾਊਗਾ, ਡਾਕਟਰਾਂ ਦੀਆਂ ਕਿੱਟਾਂ ਜਾਂ ਉੱਧਰ ਜ਼ਿਆਦਾ ਬਹੁਤ ਘੱਟ ਆਊਗਾ। ਕਿਉਂਕਿ ਅੱਜ ਦੀ ਹਾਲਾਤ ਦੇ ਵਿੱਚ, ਅੱਜ ਦੀ ਖਬਰ ਆ ਕਿ 550 ਦੇ ਕਰੀਬ ਸਾਡੇ ਦੇਸ਼ ਦੇ ਵਿੱਚ ਡਾਕਟਰ, ਨਰਸਾਂ ਤੇ ਪੈਰਾਮੈਡੀਕਲ ਸਟਾਫ, ਬਾਕੀ ਨੂੰ ਛੱਡ ਦਿਓ, ਜਿਹੜੇ ਹੋਰ ਕਰਮੀ ਉਹਨਾਂ ਨੂੰ ਛੱਡ ਦਿਓ, ਇਹ 3 ਕੈਟੇਗਰੀ ਦੇ 550 ਹੁਣ ਤੱਕ ਕਰੋਨਾ ਵਾਇਰਸ ਨਾਲ ਇਨਫੈਕਟਡ ਹੋ ਚੁੱਕੇ ਆ। ਇਹਦਾ ਮਤਲਬ ਕੋਈ ਅਸੀਂ ਨਹੀਂ ਧਿਆਨ ਦੇ ਪਾ ਰਹੇ, ਅਸੀਂ ਉਹਨਾਂ ਨੂੰ ਪੂਰਾ ਜਿਹੜੇ ਸਾਧਨ ਨੇ ਮੁਹੱਈਆ ਨਹੀਂ ਕਰਾ ਪਾ ਰਹੇ, ਪੈਸੇ ਮੰਗ ਰਹੇ ਆ ਲੋਕਾਂ ਕੋਲ ਸਾਰਿਆਂ ਤੋਂ, ਵਿੱਚੇ ਡਾਕਟਰ ਵੀ ਰਗੜਤੇ, ਡਾਕਟਰਾਂ ਦੇ ਵੀ ਪੈਸੇ ਕੱਟੇ ਆ। ਇਸ ਕਰਕੇ ਜਿਹੜੇ ਪੈਸੇ, ਮੈਂ ਤੇ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਕਿ ਇਹਨਾਂ ਹਾਲਾਤਾਂ 'ਚ ਤੁਸੀਂ ਲੋਕਾਂ ਦੇ ਪੈਸੇ ਕੱਟੋ, ਸਗੋਂ ਪੈਸੇ ਲੋਕਾਂ ਨੂੰ ਤਨਖਾਹਾਂ ਵਧਾਓ। ਪਰ ਇੱਥੇ ਸਾਡੀ ਸਿਸਟਮ ਹੀ ਉਲਟਾ ਆ, ਕੱਟਣ ਤੋਂ ਬਾਅਦ ਦੱਸਦੇ ਨਹੀਂ ਕਿ ਵਰਤਣੇ ਕਿੱਥੇ। ਮੇਰਾ ਜਾਂਦੇ ਦੇ ਸਵਾਲ ਇਹੀ ਹੈ ਕਿ ਮੈਨੂੰ ਹੋਰ ਮੇਰੇ ਸਵਾਲ ਜ਼ਿਹਨ ਵਿੱਚ ਆਇਆ, ਜਿਸ ਤਰੀਕੇ ਨਾਲ ਆਪਾਂ ਸੋਹਣੀ ਲਾਈਨਾਂ ਦੇਖਦੇ ਹੁੰਦੇ ਸੀ, ਸਕੂਲ ਦੇ ਬਾਹਰ ਲਿਖੀ ਹੁੰਦੀਆਂ ਸੀ, ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਹੁਣ ਪੰਜਾਬ ਸਰਕਾਰ ਦੇ ਸਲੋਗਨ ਲਿਖੇਗੀ ਸਕੂਲਾਂ ਦੇ ਬਾਹਰ? ਨਹੀਂ, ਬਿਲਕੁਲ ਇਹ ਤੇ ਲਿਖਣਗੇ ਉਹ, ਕਿਉਂਕਿ ਉਹਨਾਂ ਦਾ ਮਤਲਬ ਨਹੀਂ ਹੈ ਇਹ ਕਰਨਾ। ਤੁਹਾਨੂੰ ਪਤਾ ਕਿ ਸ਼ਰਾਬ ਦੇ ਉੱਤੇ ਜਿਹੜਾ ਟੈਕਸ ਲੱਗਦਾ ਉਹਦਾ ਇੱਕ ਹਿੱਸਾ ਐਜੂਕੇਸ਼ਨ ਨੂੰ ਵੀ ਦਿੰਦੇ ਆ, ਇੱਕ ਹਿੱਸਾ ਗਊਸ਼ਾਲਾ ਨੂੰ ਵੀ ਜਾਂਦਾ। ਇਹ ਮਤਲਬ ਬੜਾ ਅਜੀਬ ਹਾਸੋਹੀਣੀਆਂ ਗੱਲਾਂ। ਸ਼ਰਾਬ ਵੇਚ ਕੇ ਲੋਕਾਂ ਦਾ ਪੈਸਾ ਗਰੀਬ ਉਹਨਾਂ ਨੂੰ ਕਰਕੇ, ਮਗਰੋਂ ਥੋੜ੍ਹਾ ਜਿਹਾ ਪੈਸਾ ਨਿਆਣਿਆਂ ਤੇ ਇਹਨਾਂ ਤੇ ਕਰਦੇ ਆ। ਇਹ ਤੇ ਲਿਖਣਗੇ ਵੀ ਇਹ ਨਹੀਂ ਹੈ। ਪਰ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜਿੰਨੇ ਵੱਡੇ ਪੱਧਰ ਤੇ ਸ਼ਰਾਬ ਦਾ ਕਲਚਰ ਇੱਥੇ ਬਣਾਤਾ ਗਿਆ, ਔਰ ਜਿਹਦੇ ਪਿੱਛੇ ਸਰਕਾਰਾਂ ਉਹਨੂੰ ਐਨਕਰੇਜ ਕਰ ਰਹੀਆਂ। ਪੰਜਾਬ, ਪਤਾ ਲੱਗਦਾ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਉਹ ਨਸ਼ਾ ਮੰਨਦੀ ਹੈ ਸ਼ਰਾਬ ਨੂੰ? ਜੇ ਮੰਨਦੀ ਹੈ ਫਿਰ ਘਰ ਕਿਉਂ ਭੇਜਦੀ? ਨਹੀਂ, ਬਿਲਕੁਲ ਉਹ ਮੰਨਦੇ ਹੀ ਨਹੀਂ। ਇਹੋ ਤਾਂ ਕਹਿੰਦੇ ਇਹ ਤਾਂ ਐਂਟਰਟੇਨਮੈਂਟ ਹੈ, ਤੇ ਮਨੋਰੰਜਨ ਕਰਦੇ ਆ। ਇਸ ਕਰਕੇ ਪਹਿਲੀ ਗੱਲ, ਸਭ ਤੋਂ ਮੂਲ ਗੱਲ ਇਹ ਹੈ, ਫਿਰ ਡੋਪ ਟੈਸਟ ਕਾਹਦੇ ਕਰਾਉਂਦੀ? ਜਦੋਂ ਕਿਸੇ ਮੁਲਾਜ਼ਮ ਨੇ ਭਰਤੀ ਹੋਣਾ, ਸ਼ਰਾਬ ਡੋਪ ਟੈਸਟ ਹੋ ਗਿਆ ਸਰਕਾਰੀ ਮੁਲਾਜ਼ਮ ਦੇ, ਫਿਰ ਉਹ ਕਿਉਂ ਕਰਾਉਂਦੇ ਨੇ? ਨਹੀਂ, ਦੇਖੋ ਸ਼ਰਾਬ ਦਾ, ਇੱਕ ਸ਼ਰਾਬ ਪੀਣਾ, ਇੱਕ ਸ਼ਰਾਬ ਦੇ ਐਡਿਕਟ ਹੋਣਾ, ਹੈ ਨਾ, ਉਹ ਦੂਸਰੀ ਗੱਲ ਹੈਗੀ ਆ। ਜਿਹੜੇ ਬੰਦੇ ਬਿਲਕੁਲ ਨਸ਼ੇੜੀ ਹੋ ਜਾਂਦੇ ਸ਼ਰਾਬ ਦੇ, ਉਹ ਤਾਂ ਕੁਝ ਕੰਮ ਵੀ ਨਹੀਂ ਕਰ ਸਕਦੇ, ਉਹ ਤਾਂ ਲਿਵਰ ਖਰਾਬ ਹੋ ਕੇ ਰੱਬ ਨੂੰ ਪਿਆਰੇ ਵੀ ਹੋ ਜਾਂਦੇ। ਇਹ ਉਹ ਗੱਲ ਇੱਕ ਅਲੱਗ ਹੈ, ਉਹ ਦੂਸਰੇ ਨਸ਼ਿਆਂ ਦਾ ਵੀ ਹਾਲ। ਇਸ ਕਰਕੇ ਜਿਹੜੇ ਇਹ ਸ਼ਰਾਬ ਵੈਸੇ ਚਿੱਟੇ ਵਾਂਗੂ ਉਸ ਤਰ੍ਹਾਂ ਦੀ ਤਾਂ ਨਹੀਂ ਨਸ਼ਾ ਹੈ, ਪਰ ਬੇਹੱਦ ਜੇ ਤੁਸੀਂ ਇਸੇ ਗੱਲ ਤੇ ਹੀ ਹੋ ਜਾਓਗੇ, ਪੈਸਾ ਕਮਾਉਣਾ ਹੀ ਇਸ ਕਰਕੇ ਕਿਉਂਕਿ ਮੈਂ ਦਾਰੂ ਪੀਣੀ ਹੈ, ਉਹ ਪੈਸਾ ਬਚਾਉਣ ਦੀ ਹੈ, ਲੋਕਾਂ ਦੀ ਸਿਹਤ, ਲੋਕਾਂ ਦੀ ਐਫੀਸ਼ੀਐਂਸੀ ਬਣਾਉਣ ਲਈ। ਮੈਨੂੰ ਇਹ ਲੱਗਦਾ ਕਿ ਇਹ ਸਰਕਾਰ ਨੂੰ ਆਉਣ ਵਾਲੇ ਸਮੇਂ ਤੋਂ, ਭਾਵੇਂ ਉਹ ਅਕਾਲੀਆਂ ਦੀ ਸਰਕਾਰ ਆਉਣ ਵਾਲੇ ਸਮੇਂ 'ਚ ਹੋਵੇ ਜਾਂ ਕੋਈ ਹੋਰ ਪਾਰਟੀ ਦੀ ਹੋਵੇ, ਭਾਵੇਂ ਉਹ ਇਹ ਸਰਕਾਰ ਹੈਗੀ ਆ, ਹੁਣ ਤਾਂ ਠੇਕੇ ਇਹਨਾਂ ਨੇ ਖੋਲ੍ਹਣੇ ਕੋਈ ਹਰਜ ਨਹੀਂ ਹੈ। ਨਹੀਂ ਤੇ ਕਿਉਂਕਿ ਦੂਸਰਾ ਸਮਗਲਰ ਉਹ ਆਪਣਾ ਪੈਸਾ ਕਰਨਗੇ, ਸਰਕਾਰ ਦਾ ਪੈਸਾ ਮਰੂਗਾ। ਪਰ ਲੰਬੇ ਦੌਰ ਦੇ ਉੱਤੇ
ਇਹ ਸਟ੍ਰੈਟਜੀ ਹੋਣੀ ਚਾਹੀਦੀ ਹੈ ਕਿ ਜਿਹੜਾ 6ਵੇਂ ਦਰਿਆ ਇੱਥੇ दारू ਦਾ ਵਗਦਾ ਪੰਜਾਬ ਦੇ ਵਿੱਚ ਮਸ਼ਹੂਰ ਹੋ ਗਿਆ, ਉਹ ਜਿਹੜਾ ਸਟਿਗਮਾ ਆ, ਉਹ ਜਿਹੜਾ ਤੱਬਾ ਆ ਸਾਡਾ ਜ਼ਰੂਰ ਦੂਰ ਸਰਕਾਰਾਂ ਨੂੰ ਕਰਨਾ ਚਾਹੀਦਾ, ਜੇ ਇਹ ਲਾਲਚ ਨਾ ਕਰਨ ਕਿ ਅਸੀਂ ਸ਼ਰਾਬਾਂ ਵੇਚ ਕੇ ਪੈਸੇ ਸਰਕਾਰ ਹੁਣ ਚਲਾਉਣੀ ਹੈ। ਸ਼ਰਾਬ ਨੂੰ ਛੱਡ ਕੇ ਜਾਂ ਪੈਟਰੋਲ ਨੂੰ ਛੱਡ ਕੇ ਤੁਹਾਨੂੰ ਲੱਗਦਾ ਕਿ ਅਰਥ ਵਿਵਸਥਾ ਜਿਹੜੀ ਹੈਗੀ ਹੈ ਉਹ ਲੀਹ ਦੇ ਉੱਤੇ ਆ ਜਾਏਗੀ? ਜੇ ਪੈਟਰੋਲ ਨੂੰ ਆਪਾਂ ਵਿੱਚ ਪਾ ਵੀ ਲੈਂਦੇ, ਠੀਕ ਹੈ, ਪੈਟਰੋਲ ਵਧਾਤੇ 2 ਰੁਪਏ, ਸ਼ਰਾਬ ਦੇ ਠੇਕੇ ਬੰਦ ਹੋ ਜਾਂਦੇ ਨੇ ਅੱਜ, ਫਿਰ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਅਰਥ ਵਿਵਸਥਾ ਜਿਹੜੀ ਲੀਹ ਤੇ ਆ ਜਾਏਗੀ? ਬਿਲਕੁਲ ਨਹੀਂ ਹੈ, ਬਿਲਕੁਲ ਨਹੀਂ ਹੈ। ਇਹਦੇ ਮਰਦਾ ਕੀ ਨਹੀਂ ਕਰਦਾ, ਇਹ ਤੇ ਇੱਕ ਕਿਸਮ ਦੀ ਜਿਸ ਤਰ੍ਹਾਂ ਹੁੰਦੀ ਹੈ ਨਾ, ਇੱਕ ਈਜ਼ੀ ਤਰੀਕਾ ਹੈ ਲੋਕਾਂ ਨੂੰ ਟੈਕਸ ਕਰਨ ਦਾ, ਕਿਉਂਕਿ ਸ਼ਰਾਬ ਪੀਣੀ ਹੈ, ਕਿੰਨੀਆਂ ਵੱਡੀਆਂ ਲਾਈਨਾਂ ਲੱਗੀਆਂ, ਇਸ ਕਰਕੇ ਇਹਨਾਂ ਨੂੰ ਹੈ ਵੀ ਜੇ ਇਹਨਾਂ ਨੇ ਪੀਣੀ ਹੈ ਤੇ ਇਹਨਾਂ ਤੋਂ ਹੋਰ ਬਟੋਰੋ, ਇਹਨਾਂ ਨੂੰ ਹੋਰ ਪੈਟਰੋਲ ਲੋਕਾਂ ਨੇ ਪਾਉਣਾ ਹੀ ਪਾਉਣਾ, ਜਿਹਨੇ ਗੱਡੀਆਂ ਖਰੀਦੀਆਂ ਹੋਰ ਬਟੋਰੋ। ਬਾਕੀ ਚੀਜ਼ ਜਿਹੜੀ ਆ ਇੰਡਸਟਰੀ ਆ ਵਗੈਰਾ ਉਹ ਤੇ ਹੁਣ ਜਿਹੜੇ ਵੱਡੇ ਖਾਸ ਕਰਕੇ ਉਹ ਕਹਿੰਦੇ ਅਸੀਂ ਜ਼ਿੰਮੇਵਾਰੀ ਨਹੀਂ ਲੈਣੀ, ਨਾ ਲੈਣ, ਕਿਹੜਾ ਇੱਥੇ ਤੇ ਕੰਮ ਕਰਨ ਲਈ ਤਿਆਰ ਬੈਠਾ, ਹੁਣ ਨਾ ਵਰਕਰ ਛੇਤੀ ਆ ਗਿਆ, ਇਹ ਟਾਈਮ ਲੱਗੂਗਾ, 6 ਮਹੀਨੇ ਵੀ ਲੱਗ ਸਕਦੇ ਆ। ਇਸ ਕਰਕੇ ਉਹ ਖੁਦ ਆਪਣੇ ਗੱਡੀਆਂ, ਆਪਣੇ ਟਰੱਕ ਤੇ ਆਪਣੀਆਂ ਬੱਸਾਂ ਭੇਜਣਗੇ ਵਰਕਰ ਲਿਆਉਣ ਲਈ, ਜਿਵੇਂ ਭੱਠਾ ਮਜ਼ਦੂਰ ਦੇ ਮਾਲਕ ਜਿਹੜੇ ਆ, ਭੱਠਾ ਮਜ਼ਦੂਰਾਂ ਲਈ ਮਾਲਕ ਜਿਹੜੇ ਜਾ ਕੇ ਮੱਧ ਪ੍ਰਦੇਸ਼ ਤੇ ਯੂਪੀ ਤੱਕ ਭੇਜਦੇ ਆ, ਆਪਣੀਆਂ ਗੱਡੀਆਂ ਭੇਜਦੇ ਆ, ਆਪਣੇ ਬੰਦੇ ਮਜ਼ਦੂਰ ਮੰਗਾਉਣ ਲਈ ਭੇਜਦੇ ਆ। ਇਸੇ ਤਰੀਕੇ ਨਾਲ ਖੇਤਾਂ 'ਚ ਕੰਮ ਕਰਾਉਣ ਲਈ ਲੋਕ ਝਾਰਖੰਡ ਤੋਂ ਜਾ ਕੇ ਆਪਣੇ ਬੰਦੇ ਲੈ ਕੇ ਆਉਂਦੇ ਸੀਗੇ, ਇਸ ਤਰ੍ਹਾਂ ਬਿਹਾਰ ਦੇ ਵਿੱਚੋਂ ਵੀ ਬੰਦੇ ਆਉਂਦੇ ਸੀਗੇ। ਇੰਡਸਟਰੀ ਦਾ ਵੀ ਅੱਜ ਦੀ ਡੇਟ ਦੇ ਵਿੱਚ ਇਹ ਹਾਲ ਹੋ ਜਾਊਗਾ ਕਿ ਇਹ ਤਾਂ ਮਿੰਨਤਾਂ ਕਰਕੇ ਜਾ ਕੇ ਉਹਨਾਂ ਨੂੰ ਪਿੰਡੋ ਪਿੰਡੀ ਇਕੱਠੇ ਕਰਕੇ ਲੈ ਕੇ ਆਉਣਗੇ। ਇਹ ਗੱਲਾਂ ਕਰਦੇ ਆ ਕਿ ਸਾਡੇ ਕੋਲ ਦੇਣ ਲਈ ਕੁਝ ਨਹੀਂ, ਇਹ ਕਹਿਣਗੇ ਕਿ ਅਸੀਂ ਤੁਹਾਡਾ ਪਰਿਵਾਰ ਨੂੰ ਵੀ ਕੁਝ ਨਾ ਕੁਝ ਬਰਥਡੇ ਗਿਫਟ ਦਿਆ ਕਰਾਂਗੇ, ਤੁਸੀਂ ਪਲੀਜ਼ ਆ ਜਾਓ। ਪਰ ਅਜੇ ਇਹਨਾਂ ਨੂੰ ਹੋਸ਼ ਨਹੀਂ ਹੈ, ਅਜੇ ਸਰਕਾਰ ਤੇ ਦਬਾਅ ਪਾ ਕੇ ਜਿੰਨਾ ਕੁ ਨਿਚੋੜਿਆ ਸਰਕਾਰ ਨੂੰ ਜਾ ਸਕਦਾ ਉਹਦੇ ਨਾਅਰੇਬਾਜ਼ੀ ਹੋ ਰਹੀ ਆ। ਅਜੇ ਸਾਡੇ ਇੰਡਸਟਰੀਲਿਸਟਾਂ ਨੂੰ ਵੀ, ਖਾਸ ਕਰ ਵੱਡਿਆਂ ਨੂੰ, ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਦੇਸ਼ ਦੀ ਇਕਨੋਮੀ ਦਾ ਕਿੰਨਾ ਇਸ ਵੇਲੇ ਪੱਠਾ ਬੈਠ ਚੁੱਕਾ ਵਿਜੇ ਜੀ। ਇਹ ਸਨ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਨ੍ਹਾਂ ਨੇ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਨੇ ਤੇ ਆਪਦੇ ਤਰਕ ਹੈਗੇ ਨੇ। ਜਿਵੇਂ ਉਹਨਾਂ ਨੇ ਕਿਹਾ ਕਿ ਸ਼ਰਾਬ ਜਿਹੜੀ ਹੈਗੀ, ਜਿਸ ਤਰੀਕੇ ਨਾਲ ਪੰਜਾਬ ਸਰਕਾਰ ਆਪਣੀ ਅਰਥ ਵਿਵਸਥਾ ਨੂੰ ਬਚਾਉਣ ਵਾਸਤੇ ਉਹਨਾਂ ਨੇ ਠੇਕੇ ਖੋਲ੍ਹੇ ਗਏ ਨੇ, ਪਰ ਦੂਸਰੇ ਪਾਸੇ ਬਿਆਨ ਆ ਜਾਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦੇ, ਜੋ ਕਿ ਜਥੇਦਾਰ ਹੈਗੇ ਨੇ, ਕਹਿੰਦੇ ਨੇ ਕਿ ਠੇਕੇ ਨਹੀਂ ਖੋਲ੍ਹਣੇ ਚਾਹੀਦੇ, ਉੱਥੇ ਧਾਰਮਿਕ ਸਥਾਨ ਖੋਲ੍ਹ ਦੇਣੇ ਚਾਹੀਦੇ ਨੇ, ਚਾਹੇ ਮੰਦਿਰ, ਚਾਹੇ ਗੁਰਦੁਆਰਾ, ਚਾਹੇ ਕੋਈ ਵੀ ਧਾਰਮਿਕ ਸਥਾਨ ਹੈ, ਉਹਨਾਂ ਨੂੰ ਖੋਲ੍ਹ ਦੇਣਾ ਚਾਹੀਦਾ। ਪਰ ਸਵਾਲ ਇੱਥੇ ਫਿਰ ਉਹੀ ਖੜਾ ਹੋ ਜਾਂਦਾ ਕਿ ਅਰਥ ਵਿਵਸਥਾ ਕਿੱਦਾਂ ਚੱਲੇਗੀ ਜੇ ਸਰਕਾਰ ਕੋਲ ਰੈਵਨਿਊ ਨਹੀਂ ਆਏਗਾ, ਜੇ ਪੈਸੇ ਨਹੀਂ ਆਉਣਗੇ ਤਾਂ ਅਰਥ ਵਿਵਸਥਾ ਕਿੱਦਾਂ ਚੱਲੇਗੀ? ਦੂਸਰਾ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜੇ ਖਾਤੇ ਦੇ ਵਿੱਚ PM ਦੇ ਪੈਸੇ ਗਏ ਨੇ ਉਸ ਨੂੰ ਜਨਤਕ ਕਿਉਂ ਨਹੀਂ ਕਰਦੇ ਪਏ? ਕਿਤੇ ਨਾ ਕਿਤੇ ਵੈਬਸਾਈਟ 'ਤੇ ਜਾਂ ਕਿਤੇ ਮੀਡੀਆ ਰਾਹੀਂ ਉਸ ਨੂੰ ਜਨਤਕ ਕਿਉਂ ਨਹੀਂ ਕਰਦੇ ਵੀ ਕਿੰਨਾ ਪੈਸਾ ਇਕੱਠਾ ਹੋ ਗਿਆ, ਕਿੰਨਾ ਲੱਗ ਗਿਆ, ਕਿੰਨਾ ਹਾਲੇ ਪੈਂਡਿੰਗ ਪਿਆ?